गुरु। वाहिगुरु नाम जहाज है, चढ़े सब उतरे पार। जो शरदा कर सीम दे, गुरु परम तारण हार। वाहिगुरु नाम जहाज है, चढ़े सब उतरे पार। जो शरदा कर सीम दे, गुरु परम तारण हार। वाहिगुरु। वाहिगुरु जी का खालसा, वाहिगुरु जी की फतेह। एक ओंकार सतनाम करता पुरख, निरभउ निर्वैर। अकाल मूरत आजुनी सैभं गुर प्रसाद। जप आद सच जगाद सच, है पी सच। नानक होसी पी सच, सोचै सोच न होवी। जे सोची लखवार, चुपै चुप न होवी। जे लाहि रहा लिवतार। भुखिया भुख न उतरी, जे बन्ना पुरिया पार। सह सियानपा लख है, तां इक न चले नाल। कि विचारा हुई है, कब कूड़े टुटे पाल। हुक्म रजाई चलना, नानक लिखिया नाल। तेरा कीता जातो नाही, मैनू जोगिक तोई। मैं निर्गुण यार को गुण नाई, आपे तरस पे होई। तरस पिया मैं राम तोई, सतगुर सज्जन मिलया। नानक नाम मिले तां जीवा, तन मन तीवे हरिया। गुर सतगुर का जो सिख अखाए, सो भड़ के उठ हर नाम ते आवे। उदम करे भड़ के प्रभाती, इस्नान करे अमृत सरनावै। अपदेश गुरु हर हर जप जापै, सब किल विख पाप दोख ले जावै। फिर चढ़े दिवस गुरबाणी गावै, बहदियाँ उठदियाँ हर नाम ते आवै। जो सास ग्रास त्याए हर हारा, सो गुर सिखा गुरु मन पावै। जिसनो दयाल होवे मेरा समामी, तिस गुर सिख गुरु अपदेश सुनावै। जन नानक तूड़ मंगे, तिस गुर सिख की जो आप जपै। अवरै नाम जिपावै, ददै दोष ना देऊ किसै। दोषी कर्मा अपने जो मैं किया सो मैं पाया। दोष न दीजै अवर जना, जिनी नाम ते आया गए मशक्कत काल।
नानक ते मुखी उजलै केती छुटी नाल जिनी नाम ते आया गए मशक्कत काल नानक ते मुखी उजलै केती छुटी नाल। ओ वाहिगुरु। धन 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਅੰਮ੍ਰਿਤਮਈ ਬਾਣੀ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੀ ਲਗਾਤਾਰ ਗੁਰੂ ਸ਼ਬਦ ਵਿਚਾਰ ਚਲਦੀ ਆ ਰਹੀ ਹੈ। ਆਓ ਗੁਰਮੁਖ ਪਿਆਰੋ, ਗੁਰੂ ਸਵਾਰਿਓ, ਸਤ ਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਕਿਰਪਾ ਕਰਨ ਕਿ ਅਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰੀਏ। ਵਿਚਾਰ ਕਰਕੇ ਗੁਰੂ ਦਾ ਸ਼ਬਦ ਆਪਣੇ ਹਿਰਦਿਆਂ 'ਚ ਵਸਾਈਏ, ਗੁਰੂ ਵਾਲੇ ਬਣ ਜਾਈਏ। ਗੁਰੂ ਦੀ ਮੱਤ ਦੇ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਇਸ ਰਹਿੰਦੀ ਦੁਨੀਆ 'ਤੇ ਸਾਡੇ ਤੋਂ ਇਸ ਤਰ੍ਹਾਂ ਦੇ ਕਾਰ ਵਿਹਾਰ, ਕਾਰੋਬਾਰ, ਕਰਮ ਕਰਵਾਉਣ ਜੋ ਕਿ ਪ੍ਰਮਾਤਮਾ ਨੂੰ ਚੰਗੇ ਲੱਗਣ, ਤਾਂ ਕਿ ਸਾਡਾ ਇਹ ਮਿੱਟੀ ਦਾ ਪੁਤਲਾ ਪਾਪੀ ਹਿਰਦਾ ਗੁਰੂ ਚਰਨਾਂ 'ਚ ਜੁੜ ਕੇ ਸੰਸਾਰ 'ਤੇ ਆਇਆ ਸਫਲ ਹੋ ਜਾਵੇ। ਆਓ ਗੁਰਮੁਖ ਪਿਆਰਿਓ, ਗੁਰੂ ਸਵਾਰਿਓ, ਸਤਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਕਿਰਪਾ ਸਦਕਾ ਆਸਾ ਦੀ ਵਾਰ ਦੀ ਗੁਰਬਾਣੀ ਦੀ ਵਿਚਾਰ ਚਲਦੀ ਆ ਰਹੀ ਹੈ, ਜੋ ਕਿ ਲੜੀਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਡੇ 'ਤੇ ਕਿਰਪਾ ਕਰ ਰਹੇ ਨੇ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਮੁਖਾਰ ਬਿੰਦ ਵਿੱਚੋਂ ਉਚਾਰਨ ਕੀਤੀ ਪਈ ਗੁਰਬਾਣੀ ਦੀ ਵਿਚਾਰ ਕਰਦੇ ਆ ਰਹੇ। ਆਓ ਗੁਰਮੁਖ ਪਿਆਰੂ, ਅੱਜ ਦੇ ਇਸ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਜੀ ਸਾਨੂੰ ਕੀ ਉਪਦੇਸ਼ ਬਖਸ਼ਦੇ ਨੇ ਪ੍ਰਮਾਤਮਾ ਦੇ ਪ੍ਰਥਾਏ। ਆਓ ਗੁਰਮੁਖ ਪਿਆਰੋ, ਗੁਰੂ ਸ਼ਬਦ ਵਿਚਾਰ ਤੋਂ ਪਹਿਲਾਂ ਆਪਾਂ ਗੁਰਬਾਣੀ ਪਾਠ ਪੜ੍ਹ ਲਈਏ, ਤਾਂ ਕਿ ਗੁਰੂ ਦੇ ਸ਼ਬਦ ਦੀ ਸਾਨੂੰ ਚੰਗੀ ਤਰ੍ਹਾਂ ਸਮਝ ਲੱਗ ਜਾਵੇ, ਸਾਡੀ ਸਮਝ ਵਿੱਚ ਪੈ ਜਾਵੇ ਗੁਰੂ ਦਾ ਸ਼ਬਦ। ਆਓ ਗੁਰਮੁਖ ਪਿਆਰੋ, ਗੁਰਬਾਣੀ ਦੇ ਨਾਲ ਜੁੜੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਭੈ ਵਿੱਚ ਪਵਨ ਵਹਿ ਸਦਵਾਉ, ਭੈ ਵਿੱਚ ਚੱਲੈ ਲੱਖ ਦਰਿਆਉ। ਭੈ ਵਿੱਚ ਪਵਨ ਵਹਿ ਸਦਵਾਉ, ਭੈ ਵਿੱਚ ਚੱਲੈ ਲੱਖ ਦਰਿਆਉ। ਭੈ ਵਿੱਚ ਅਗਨ ਕੱਢੈ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਭੈ ਵਿੱਚ ਇੰਦ ਫਿਰੇ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦਵਾਰ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨ ਅੰਤ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਅਡਾਣੈ ਆਕਾਸ। ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵੈ ਜਾਵੈ ਪੂਰ। ਸਗਲ ਆਪੋ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ। ਸਗਲ ਆਪੋ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ।
ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਉਹਨਾਂ ਦੇ ਮਖਾਰ ਬਿੰਦ ਵਿੱਚੋਂ ਆਚਾਰਨ ਕੀਤੀ ਗਈ ਗੁਰਬਾਣੀ, ਜੋ ਗੁਰਮੁਖ ਪਿਆਰੋ ਆਪਾਂ ਗੁਰਬਾਣੀ ਪਾਠ ਪੜ੍ਹਿਆ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਜ ਦੇ ਇਸ ਸ਼ਲੋਕ ਦੇ ਵਿੱਚ ਸਾਨੂੰ ਉਸ ਪਰਮਾਤਮਾ ਦੇ ਪ੍ਰਥਾਏ ਕੀ ਸਮਝਾਉਣਾ ਕਰਦੇ ਨੇ, ਜੋ ਕਿ ਪਰਮਾਤਮਾ ਨੇ ਆ ਸਾਰਾ ਢਾਂਚਾ ਬਣਾਇਆ ਹੈ। ਇਹ ਕਿਵੇਂ ਪਰਮਾਤਮਾ ਦੇ ਰਜ਼ਾ ਵਿੱਚ ਚੱਲਦਾ ਹੈ, ਉਸ ਬਾਰੇ ਸਾਨੂੰ ਅੱਜ ਸਮਝਾਉਣਾ ਕੀਤਾ ਹੈ। ਆਓ ਗੁਰਮੁਖ ਪਿਆਰੋ, ਸਤਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਕਿਰਪਾ ਸਦਕਾ ਗੁਰੂ ਪਰਮਾਤਮਾ ਪਰਮੇਸ਼ਰ ਅੱਗੇ ਅਰਦਾਸ ਬੇਨਤੀ ਕਰਿਆ ਕਰੀਏ ਕਿ ਸੱਚੇ ਪਾਤਸ਼ਾਹ, ਜੋ ਗੁਰਬਾਣੀ ਦੀ ਵਿਚਾਰ ਹੋ ਰਹੀ ਹੈ ਸਾਡੇ ਹਿਰਦਿਆਂ ਦੇ ਵਿੱਚ ਵਸ ਜਾਵੇ, ਸਾਡਾ ਜੀਵਨ ਸੋਹਣਾ ਬਣ ਜਾਵੇ, ਗੁਰੂ ਸ਼ਬਦ ਵਿਚਾਰ ਦੇ ਨਾਲ ਜੁੜੀਏ, ਸਾਡਾ ਜੀਵਨ ਗੁਰਬਾਣੀ ਦੇ ਮੁਤਾਬਕ ਚੱਲੇ। ਅੱਜ ਦੇ ਇਸ ਸ਼ਬਦ ਵਿੱਚ ਗੁਰੂ ਸਾਹਿਬ ਜੀ ਨੇ ਗੱਲ ਕੀਤੀ ਹੈ ਭੈ ਦੀ। ਭੈ, ਇਹ ਗੁਰਮੁਖ ਪਿਆਰੋ, ਇਹਨਾਂ ਦੇ ਅੱਖਰੀ ਅਰਥ ਬਦਲ ਜਾਂਦੇ ਨੇ। ਜਿਹੜੀਆਂ ਸਿਹਾਰੀਆਂ ਬਾਰੀਆਂ ਲਗਾ ਮਾਤਰਾ ਆਪਾਂ ਲਾਉਣੇ ਆ ਅਕਸ਼ਰਾਂ ਨੂੰ, ਜਿਹੜੇ ਅਕਸ਼ਰ ਆਪਾਂ ਪੜ੍ਹਦੇ ਹਾਂ, ਜਿਹਨੂੰ ਆਪਾਂ ਗੁਰਮੁਖੀ ਕਹਿੰਦੇ ਹਾਂ, ਸਾਡੇ ਗੁਰੂਆਂ ਦੇ ਮੁਖ ਵਿੱਚੋਂ ਉਚਾਰਨ ਕੀਤੀ ਗਈ ਗੁਰਮੁਖੀ, ਤੇ ਸਾਰੀਆਂ ਮਾਤਰਾਵਾਂ ਲਾਉਣ ਦੇ ਨਾਲ ਇਹ ਸਾਰਾ ਅਕਸ਼ਰ ਦਾ ਅੱਖਰੀ ਅਰਥ ਬਦਲ ਜਾਂਦਾ ਹੈ। ਕੱਲਾ ਇੱਕ ਅਕਸ਼ਰ ਉਹ ਗੁਰਮੁਖ ਪਿਆਰੋ ਉਚਾਰਨ ਦੇ ਵਿੱਚ ਨਹੀਂ ਆਉਂਦਾ, ਉਹਨੂੰ ਕੱਲਾ ਅਕਸ਼ਰ ਹੀ ਕਹਿ ਸਕਦੇ। ਜਦੋਂ ਦੇ ਨਾਲ ਸਿਆਰੀ ਬਿਆਰੀ ਜਾਂ ਲਗਾ ਮਾਤਰਾ ਲੱਗਦੀਆਂ ਨੇ, ਉਦੋਂ ਉਹਦਾ ਅੱਖਰੀ ਅਰਥ ਬਦਲ ਜਾਂਦਾ ਹੈ। ਇੱਥੇ ਪ੍ਰੋਫੈਸਰ ਸਾਹਿਬ ਸਿੰਘ ਨੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਬਾਬੇ ਨਾਨਕ ਨੇ ਬਾਣੀ 'ਚ ਭੈ ਲਿਖਿਆ। ਭੈ ਦਾ ਮਤਲਬ ਵੀ ਡਰ ਹੁੰਦਾ ਹੈ, ਭਉ ਦਾ ਮਤਲਬ ਵੀ ਡਰ ਹੁੰਦਾ ਹੈ, ਔਰ ਭੱਬੇ ਦੇ ਨਾਲ ਆਦੀ ਮਾਤਰਾ ਕੰਨਾ ਲਾ ਦਈਏ ਤੇ ਊੜਾ ਊੜੇ ਨੂੰ ਔਂਕੜ ਲਾ ਦਈਏ, ਭਾਉ ਬਣ ਜਾਂਦਾ, ਉਹਦਾ ਮਤਲਬ ਹੁੰਦਾ ਪਿਆਰ। ਇੱਥੇ ਪ੍ਰੋਫੈਸਰ ਸਾਹਿਬ ਸਿੰਘ ਜੀ ਕਹਿੰਦੇ ਵੀ ਇੱਕ ਕੋਈ ਵਿਦਵਾਨ ਹੋਇਆ, ਆਪਣੇ ਅੱਖਰੀ ਅਰਥਾਂ ਦੇ ਵਿੱਚ ਉਹਨੇ ਲਿਖਿਆ ਸਤਿਆਰਥ ਪ੍ਰਕਾਸ਼ ਦੇ ਕਰਤਾ। ਸਤਿਆਰਥ ਪ੍ਰਕਾਸ਼ ਦੇ ਕਰਤਾ ਕੋਈ ਜਿਹਨੇ ਜਿਵੇਂ ਲਿਖਿਆ ਹੋਏਗਾ ਨੇ ਗੁਰੂ ਨਾਨਕ ਸਾਹਿਬ ਉੱਤੇ ਇਹ ਦੂਸ਼ਣ ਤੇ ਤਰਕ ਕੀਤਾ ਹੈ ਕਿ ਉਹ ਸੰਸਕ੍ਰਿਤ ਨਹੀਂ ਸੀ ਜਾਣਦੇ, ਵੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੀ ਸੰਸਕ੍ਰਿਤ ਨਹੀਂ ਸੀ ਜਾਣਦੇ। ਪਰ ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਅਕਾਲ ਪੁਰਖ ਤੋਂ ਹੀ ਪੜ੍ਹ ਕੇ ਆਏ ਨੇ, ਪਾਂਧੇ ਨੂੰ ਗਏ ਪੜ੍ਹਨ ਵਾਸਤੇ ਤੇ ਪੜ੍ਹਾ ਕੇ ਆ ਗਏ, ਕਿਉਂਕਿ ਅਕਾਲ ਪੁਰਖ ਦਾ ਹੁਕਮ ਸੀ। ਉਹਨਾਂ ਸਾਰੀਆਂ ਭਾਸ਼ਾਵਾਂ ਸਭ ਕੁਝ ਪਰਮਾਤਮਾ ਆਪ ਦੱਸਦਾ ਸੀ ਉਹਨਾਂ ਨੂੰ। ਤੇ ਇੱਥੇ ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਨੇ, ਪਰ ਆਪਣੇ ਆਪ ਨੂੰ ਸੰਸਕ੍ਰਿਤ ਦਾ ਵਿਦਵਾਨ ਪ੍ਰਗਟ ਕਰਨ ਦਾ ਯਤਨ ਕਰਦੇ ਰਹੇ, ਕਿਉਂਕਿ ਉਹਨਾਂ ਨੇ ਸੰਸਕ੍ਰਿਤ ਦੇ ਭੈ ਨੂੰ ਭੈਆ ਲਿਖਿਆ, ਭੈ ਨੂੰ ਭੈਆ ਲਿਖਿਆ, ਤੇ ਕਹਿੰਦੇ ਵੀ ਇਹਦੇ ਅੱਖਰੀ ਅਰਥ ਬਦਲ ਜਾਂਦੇ ਨੇ। ਕਹਿੰਦੇ ਇਸ ਮਜਬੂਨ ਸੰਬੰਧੀ ਜੋ ਸੱਜਣ ਵਿਸਤਾਰ ਪੂਰਵਕ ਵਿਚਾਰ ਪੜ੍ਹਨੀ ਚਾਹੁੰਦੇ ਨੇ, ਉਹ ਮੇਰੇ ਗੁਰਬਾਣੀ ਵਿਆਕਰਨ ਦੇ ਅੰਕ ਵਰਨ ਬੋਧ ਨੂੰ ਪੜ੍ਹਨ। ਵੀ ਵਿਆਕਰਨ ਜਿਹੜੀ ਹੈ ਇਹਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ, ਕਿਉਂਕਿ ਗੁਰਮੁਖ ਪਿਆਰੋ ਹੁਣ ਆਪਾਂ ਗੁਰਬਾਣੀ ਪੜ੍ਹਦੇ ਹਾਂ, ਜੇ ਸ਼ਬਦ ਉਚਾਰਨ ਕਰਾਂਗੇ ਉਹ ਸ਼ਬਦ ਸਹੀ ਉਚਾਰਨ ਨਹੀਂ ਹੋਏਗਾ। ਜੇ ਕਈ ਸ਼ਬਦਾਂ ਦੇ ਨਾਲ ਮਾਤਰਾ ਲੱਗੀ ਹੁੰਦੀ, ਉਹਦਾ ਆਖਰੀ ਅਰਥ ਹੁੰਦਾ ਹੈ ਜਾਂ ਤਾਂ ਉਹਨੂੰ ਇੱਕ ਵਚਨ ਜਾਂ ਬਹੁ ਵਚਨ। ਜੇ ਸਕੋਸ਼ ਦੇ ਨਾਲ ਸ਼ਬਦ ਨੂੰ ਕੀਤਾ ਤੇ ਇੱਕ ਵਚਨ ਹੈ, ਜੇ ਨਾਲ ਸਿਹਾਰੀ ਜਾਂ ਬਿਹਾਰੀ ਜਾਂ ਔਂਕੜ ਦਲੈਂਕੜ ਲੱਗਾ ਉਹਨੂੰ ਬਹੁ ਵਚਨ ਦੇ ਵਿੱਚ ਵੀ ਸ਼ਬਦ ਇੱਕੋ ਹੀ ਹੈ। ਉਹ ਵਰਤੋਂ ਗੁਰੂ ਸਾਹਿਬ ਜੀ ਨੇ ਉਸ ਤਰੀਕੇ ਦੇ ਨਾਲ ਕੀਤੀ ਵੀ ਇਹ ਸਾਰਿਆਂ ਵਾਸਤੇ ਜਾਂ ਇੱਕ ਵਾਸਤੇ ਹੈ। ਉਸ ਤਰੀਕੇ ਨਾਲ ਉਹਦੇ ਅੱਖਰੀ ਅਰਥ ਬਦਲ ਜਾਂਦੇ ਨੇ ਸ਼ਬਦ ਦੇ। ਹੁਣ ਇੱਕ ਸ਼ਬਦ ਦੇ ਕਈ ਅਰਥ ਨਿਕਲਦੇ ਨੇ, ਇੱਕ ਸ਼ਬਦ ਦੇ ਕਈ ਅਰਥ ਨਿਕਲਦੇ ਨੇ, ਪਰ ਉਹ ਜਿਹੋ ਜਿਹੀ
ਆਪਾਂ बोलते हैं ਜਾਂ ਲਾਈਨ ਆ ਜਾਂ ਪੰਕਤੀ है, ਉਹਦਾ अर्थ ਉੱਥੇ ਉਸ ਤਰ੍ਹਾਂ ਦਾ ਫਿੱਟ होना है। ਹੁਣ ਉਸ ਤਰੀਕੇ ਨਾਲ ਉਚਾਰਨ करना पैना है। तो गुरमुख प्यारो, गुरु साहब जी की मेहर कृपा सदका प्रोफैसर साहब सिंह जी ने सानू समझाउणा कीता है कि भय का मतलब डर हुंदा है। गुरु साहब जी ने जो सानू समझाउणा कीता है, आओ गुरमुख प्यारो गुरु शब्द विचार नाल जुड़ीए। गुरु नानक देव महाराज जी कह रहे हैं, भय विच पावन वह सद वाहो, कि जिहड़ा भय है ना, भय दे विच ही सारा कुछ चल रहा है। जिन्ना भी परमात्मा ने एक कुदरत के उत्ते सारा कुछ उन्हें बनाया, परमात्मा ने सारा कुछ भय दे विच। अगर असी भी भय दे विच चलीए ना, डर दे विच, आपां छोटी जी उदाहरण है भी, डरदी पहाड़े पढ़दी, किनू कहा डरदी पहाड़े पढ़दी, साडे जिहड़े अंदर दा सिस्टम है ना, जे उन्होंने बाहरों खलड़ी का डर होएगा तां ही वो पहाड़े पढ़दी का मतलब यह है भी साडी जिहड़ी जिंद है तां ही पहाड़े पढ़दी है। जिन्हों डर ही नहीं, जे उन्होंने डर नहीं है, हुण बच्चा स्कूले जांदा है, बच्चा स्कूले जांदा है, टीचर की छैंद हो सके भी आर्थिक स्थिति कमज़ोर होवे, बच्चा बड़े तगड़े घराने का होवे, भी नौकर चाकर भी सारे, हुण बच्चा कहे कि मेरे घरे तो मेरी परवरिश हुंदी, आओ भगत बहुत हुंदी है, राजे राणियां दा बच्चा होवे, हुण टीचर कोल ते डर के पढ़ना पैना है, टीचर कोल ते डर के पढ़ना पैना। जे वो कहे कि मैं डरा के नूं पढ़ा, नहीं फिर नहीं पढ़िया जा सकता। भी मैं डरावा ये मैनूं पढ़ावे भी, टीचर ने अपनी टीचिंग देनी, अपनी शिक्षा देनी है, जे बच्चा पढ़न दे लायक होवे तां। नहीं तो टीचर नूं की है, उन्होंने अपनी तनख्वाह मिल रही है, उन्होंने सारा सिस्टम मिल रहा है। हुण दा जिहड़ा सिस्टम, पहलां कुछ सिस्टम होर सी, बच्चों दे विच डर बहुता ज़्यादा हुंदा सी, बच्चों नूं कुटदे भी सी, मारदे भी सी, ठुड्डे भी मारदे सी। वो काहदे वास्ते मरदे सी भी इहनूं पढ़ाई आ जावे, ये डर दे नाल पढ़े। एडे एडे मोटे सोटे हुंदे सी जिन्हां दे उत्ते लिखिया हुंदा सी अकलदान, भी इस दे नाल अकल आउणी है। ते कईयां ने कहावत भी बनाई है, सरकार दे डंडे सदा वास्ते मंडे, भी जे असीं उस टाइम डंडे खा के पढ़ लांगे ना, सदा वास्ते सानूं रोटी मिलती रहेगी। तो आपां थोड़ा जिहा डर दे विच नहीं रहिंदे। हुण गुरु साहब जी ने वड्डी उदाहरण दित्ती सानूं भी, जिहड़ी हवा ना ये परमात्मा दे हुक्म विच चलदी, भय दे विच चलदी, डर दे विच चलदी। गुरु साहब जी कहंदे, भय विच पवन वहे सदवाओ, भय विच डर विच पवन वहे, हवा वगदी रहिंदी है। सदवाओ सदा एव सदा ही, जदों दा हुक्म आउंदा है। आपां कई बार देखते ना गुरमुख प्यारो, खास करके सियाल दे विच तां आपां चाहीदी नहीं हवा। सियाणियां दा कहना है, पाला ना माग ना पो, पाला हवा। जो हवा वगदी उदों अपने शरीर दे विच दी लंघदी, क्योंकि शरीर के रोमां नूं वो ठंड जिहड़ी है अपने शरीर के रोमां नूं लगदी। आ हुण पिछे जे आपां जदों पिछला महीना सी अस्सू तो पहला भादों, उस विच आपां जिथे मर्जी मोटरसाइकिल ते जाइए जां किते दौड़ीए, हवा कोई असर नहीं सी करदी। हुण गुरमुख प्यारो थोड़ी जी भी हवा, वैसे चलो दिन तो वधिया रहिंदा है भी, ना गर्मी ना ठंड। शाम नूं किते आपां मोटरसाइकिल ते एक लीड़े आपां कपड़े पतले पाए होण, आपां नूं महसूस हुंदा भी हुण ठंडा मौसम हो गया। सवेरे भी आपां जाना होवे, आपां कहने थोड़े जे कपड़े मोटरसाइकिल ते जाना होवे क्योंकि हवा लगदी है। हुण गुरु साहब जी कहंदे ने भी ये सदा चलदी रहिंदी है परमात्मा दे हुक्म दे विच। ते गुरु साहब जी कहंदे वह सदवाओ, भी ये परमात्मा दे हुक्म में चलती है। इनू कोई बंदा ना तो जिहड़ा आपां चलो बनावटी बनाए, कूलर बनाए, पखे बनाए, AC बनाए, वो तो आपां बनाए है ना। जिहड़ी परमात्मा की हवा वो सदा ही चलती रहिंदी। हुण धरती का बहुता ज़्यादातर
दास ना कईयां नाल गल करदा रहिंदा, पढ़े लिखे जिहड़े साइंस भूगोलक साइंस जिन्हां ने पढ़ी है उन्हां बारे भी उन्हां दे नाल भी विचार करदा रहिंदा भी पढ़ाई सानूं इस तरह दसदी है, परमात्मा की बाणी इस तरह दसदी है। भी कई बंदियां दा अनुमान सी पहलां, चलो हुण ते साइंस ने भी बड़ी तरक्की कर लई है। भी पहलां ते कई बंदे कहिंदे सी बल्द दे सिंग ते धरती खड़ी है, ते भी बल्द जदों बदली करदा है सिंग, पर गुरु साहब जी ने एक शब्द लिखिया है भी जे बल्द दे सिंग ते होवे वो बल्द कित्थे खड़ा है, वो बल्द कित्थे खड़ा है। भी जिहड़ी धरती है वो बल्द दे सिंग ते खड़ी है। ये अपने आप जानी कि अपने विचार ने, आम बंदे दे विचार ने भी बल्द दे सिंग ते जदों धरती ते भुचाल कदों आउंदा है, जदों बल्द सिंग बदली करदा है। भी पहले एक ते हुंदी है फिर दूजे ते बदली करदा है, ते जदों दूजे ते बदली करदा धरती दा तां हुण आपां नूं पता मिट्टी टुट जावे, अद्धी उधर नूं डिग पवे उधर नूं डिग पवे, पर बल्द किहदे ते खड़ा है। ये गुरबाणी च भी आउंदा है, दास नूं उहदे बारे जानकारी है पर शब्द नहीं याद भी बल्द दे सिर ते खड़ी होवे ते गुरमुख प्यारो बल्द किहदे ते खड़ा है। इस करके गुरमुख प्यारो जिहड़ा धरती दा खड़ना है, धरती दा खड़ना है ये हवा दे प्रैशर ना खड़ी, हवा दे प्रैशर ना खड़ी। हुण ये खिलारन वाला कौन है, हुण ना तो आकाश दे थल्ले थंम है, ना सूरज दे थल्ले कोई थंम है, ना चंद्रमिਆਂ ਦੇ ना ਤਾਰਿਆਂ ਦੇ ਥੱਲੇ। ਆਪਾਂ ਬਲਬ ਲਾਉਣਾ ਹੋਵੇ ਨਾ ਕਿਤੇ ਉੱਚਾ ਕਰਕੇ ਤੇ ਥੰਮੀ ਲਾਉਣੀ ਪੈਂਦੀ ਹੈ। ਆਪਾਂ ਜਿਆਦੀਆਂ ਲੜੀਆਂ ਲਾਉਣੀਆਂ ਉਹਨੇ ਤੇ ਕਿਤੇ ਟੰਗੜੀਆਂ ਹੀ ਪੈਣਗੀਆਂ, ਕਿਸੇ ਦਰਖਤ ਤੇ ਟੰਗਾਂਗੇ, ਕਿਸੇ ਦੀਵਾਰ ਤੇ ਟੰਗਾਂਗੇ। ਤਾਰੇ ਕਿਵੇਂ ਖੜੇ ਨੇ, ਆਟੋਮੈਟਿਕ ਖੜੇ ਨੇ। ਇਹ ਪ੍ਰਮਾਤਮਾ ਦਾ ਸਿਸਟਮ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਸਾਰਾ ਕੁਝ ਕਹਿੰਦੇ ਚੱਲ ਰਿਹਾ ਭੈ ਵਿੱਚ ਪਵਨ ਵਾਹੇ ਸਦਵਾਓ। ਹਵਾ ਸਦਾ ਰੱਬ ਨੇ ਕਾਮਯਾਬ ਬਣਾ ਕੇ ਰੱਖੀ ਹੋਈ ਹੈ, ਉਸ ਦੇ ਡਰ ਵਿੱਚ ਚੱਲਦੀ ਹੈ, ਬਸ ਉਹਦੇ ਡਰ 'ਚ ਚੱਲਣੀ। ਕਈ ਵਾਰ ਆਪਾਂ ਦੇਖਦੇ ਨਾ ਹਵਾ ਗਰਮੀਆਂ ਦੇ ਟਾਈਮ 'ਚ ਬਿਲਕੁਲ ਨਹੀਂ ਵਗਦੀ, ਆਪਾਂ ਕਹਿੰਦੇ ਰੱਬ ਨੇ ਬੱਤੀ ਬੰਦ ਕਰ ਦਿੱਤੀ ਵੀ ਉਹ ਸਰੀਰ ਨੂੰ ਚਾਹੀਦੀ ਹੈ। ਸਰੀਰ ਤੇ ਪੱਖਿਆਂ ਥੱਲੇ ਵੀ ਕੂਲਰਾਂ ਦੇ ਅੱਗੇ ਵੀ ਪਸੀਨਾ ਆਈ ਜਾਂਦਾ ਜਦੋਂ ਹਵਾ ਨਹੀਂ ਵਗਦੀ। ਜਦੋਂ ਕਿਤੇ ਮਾੜੀ ਜੀ ਹਵਾ ਵਗਦੀ ਹੋਵੇ ਆਪਾਂ ਕਹਿੰਦੇ ਵੀ ਵਾਹ ਰੱਬਾ ਆ ਬੜੀ ਸੋਹਣੀ ਹਵਾ ਆ ਰਹੀ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਸਾਨੂੰ ਸਮਝਾਉਣ ਦੀ ਖਾਤਰ ਵੀ ਇਹ ਸਾਰਾ ਕੁਛ ਪ੍ਰਮਾਤਮਾ ਦੇ ਡਰ ਵਿੱਚ। ਭੈ ਵਿੱਚ ਚੱਲੇ ਲੱਖ ਦਰਿਆਓ। ਹੁਣ ਇੱਥੇ ਆਪਾਂ ਕਿਵੇਂ ਭੈ ਦੇ ਵਿੱਚ ਕਹਿ ਸਕਦੇ ਵੀ ਪ੍ਰਮਾਤਮਾ ਦਰਿਆ ਤੇ ਚੱਲਦੇ ਨਹੀਂ ਤੇ ਦਰਿਆ ਕਿਤੇ ਰੁਕਦੇ ਨੇ। ਹੁਣ ਇਹ ਪਾਣੀ ਜਿਹੜਾ ਆਪਾਂ ਸਾਰਿਆਂ ਨੂੰ ਤਕਰੀਬਨ ਪਤਾ ਹੈ ਵੀ ਇਹ ਪਹਾੜਾਂ ਦੇ ਵਿੱਚੋਂ ਸੋਮੇ ਫੁੱਟਦੇ ਨੇ। ਇੱਕ ਤਾਂ ਸਮੁੰਦਰ ਪਾਣੀ ਹੋਇਆ ਨਾ ਉਹ ਧਰਤੀ ਦੇ ਤਲ ਤੋਂ ਥੱਲੇ ਹੈ, ਧਰਤੀ ਤੋਂ ਉੱਚਾ ਹੋ ਜੇ ਤੇ ਬਸ ਆਪ ਧਰਤੀ ਦਾ ਉਹ ਆਪਾਂ ਧਰਤੀ ਥੋੜ੍ਹਾ ਗਿਣਾਂਗੇ। ਜੇ ਧਰਤੀ ਤੋਂ ਉੱਚਾ ਹੋਏ ਤਾਂ ਆਪਾਂ ਧਰਤੀ ਜਿੰਨੀ ਵੀ ਕੋਈ ਵੀ ਕਿਤੇ ਹਾਈਟ ਲਾਈ ਜਾਂਦੀ ਹੈ ਸਮੁੰਦਰ ਤਲ ਤੋਂ, ਸਮੁੰਦਰ ਦਾ ਜਿਹੜਾ ਉੱਪਰਲਾ ਭਾਗ ਹੁੰਦਾ ਹੈ ਉਹਦੇ ਤੋਂ ਹਾਈਟ ਕਿੰਨੀ ਹੈ ਵੀ ਸਮੁੰਦਰ ਜਿਹੜਾ ਇਹ ਨੀਵਾਂ ਹੈ। ਸਮੁੰਦਰ ਦਾ ਪਾਣੀ ਧਰਤੀ ਤੋਂ ਨੀਵਾਂ ਹੈ। ਚਲੋ ਪਿਛਲੀ ਵਾਰੀ ਸੁਨਾਮੀ ਲਹਿਰਾਂ ਆਈਆਂ ਸੀ ਉਦੋਂ 25-25 30-30 ਫੁੱਟ ਪਾਣੀ ਧਰਤੀ ਤੇ ਕਿੰਨਾ ਵਿਨਾਸ਼ ਕਰ ਗਿਆ ਸੀ। ਉਹ ਪ੍ਰਮਾਤਮਾ ਦਾ ਸਿਸਟਮ ਹੈ। ਹੁਣ ਜਿਹੜਾ ਸਮੁੰਦਰ ਹੈ ਵੀ ਪ੍ਰਮਾਤਮਾ ਦੇ ਭੈ ਵਿੱਚ ਹੀ ਚੱਲ ਰਿਹਾ, ਉਹਦਾ ਪਾਣੀ ਵੀ ਉਹਦੇ ਭੈ ਦੇ ਵਿੱਚ ਹੀ ਖੜਾ ਹੈ। ਇਹ ਪ੍ਰਮਾਤਮਾ ਦਾ ਸਿਸਟਮ ਬਣਾਇਆ ਹੋਇਆ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਭੈ ਵਿੱਚ ਚੱਲੇ ਲੱਖ ਦਰਿਆਓ ਵੀ ਜਿੰਨੇ ਦਰਿਆ ਨੇ ਇਹ ਪ੍ਰਮਾਤਮਾ ਦੇ ਡਰ ਵਿੱਚ। ਸੋਮਿਆਂ 'ਚੋਂ ਪਾਣੀ ਫੁੱਟਦਾ ਜਾਂ ਹੁਣ ਹੜ੍ਹ ਆਉਂਦੇ ਨੇ, ਹੜ੍ਹ ਕਿਹਦੇ ਕਾਰਨ ਕਰਕੇ ਉਹ ਪਾਣੀ ਜਿਹੜਾ ਆਟੋਮੈਟਿਕ ਚੱਲ ਰਿਹਾ ਉਹ ਤਾਂ ਚੱਲਦਾ ਹੀ ਰਹਿਣਾ, ਆਟੋਮੈਟਿਕ ਜਿਹੜਾ ਚੱਲ ਰਿਹਾ ਉਹ ਤਾਂ ਚੱਲਦਾ ਹੀ ਰਹਿਣਾ। ਪਰ ਜਦੋਂ ਬਾਰਿਸ਼ ਪੈਂਦੀ ਹੈ ਉੱਚੇ ਪਹਾੜਾਂ 'ਤੇ ਜਿਹੜੀ ਬਾਰਿਸ਼ ਪੈਂਦੀ ਉਹਨਾਂ ਰਿੜ ਕੇ ਪਾਣੀ ਕਿੱਥੇ ਆਉਣਾ, ਨੀਵੇਂ ਥਾਂ 'ਤੇ। ਨੀਵੇਂ ਥਾਂ 'ਤੇ ਵੀ ਨੀਵੇਂ ਥਾਂ 'ਤੇ ਵੀ ਬਾਰਿਸ਼ ਪਵੇ ਤੇ ਪਾਣੀ ਜ਼ਿਆਦਾ ਭਰ ਜਾਂਦਾ ਹੈ। ਤੇ ਗੁਰਮੁਖ ਪਿਆਰੋ ਗੁਰੂ ਸਾਹਿਬ ਜੀ ਕਹਿੰਦੇ ਵੀ ਜਿਹੜੇ ਦਰਿਆ ਨੇ ਨਾ ਭਾਵੇਂ ਲੱਖਾਂ ਕਰੋੜਾਂ ਨੇ ਇਹ ਪ੍ਰਮਾਤਮਾ ਦੇ ਡਰ ਵਿੱਚ ਚੱਲਦੇ ਨੇ। ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ ਕਿ ਜਿੰਨੇ ਲੱਖਾਂ ਦਰਿਆ ਨੇ ਉਹ ਵੀ ਪ੍ਰਮਾਤਮਾ ਦੇ ਭੈ ਵਿੱਚ ਚੱਲਦੇ ਨੇ, ਡਰ ਵਿੱਚ ਚੱਲਦੇ ਨੇ। ਅੱਗੇ ਗੁਰੂ ਸਾਹਿਬ ਜੀ ਕਹਿੰਦੇ ਭੈ ਵਿੱਚ ਆਗਣ ਕੱਢੇ ਵਿਗਾਰ।
ਹੁਣ ਆਪਾਂ ਜਿਹੜਾ ਸਮਝਾਂਗੇ ਵੀ ਭਾਈ ਸਾਰੀਆਂ ਲੱਕੜਾਂ ਦੇ ਵਿੱਚ ਸਗਲ ਬਨਸਪਤ ਬੈਸੰਤਰ, ਵੀ ਸਾਰੀਆਂ ਚੀਜ਼ਾਂ ਦੇ ਵਿੱਚ ਵੀ ਜਿੰਨੀਆਂ ਵੀ ਚੀਜ਼ਾਂ ਮੱਚਣ ਵਾਲੀਆਂ ਨੇ, ਲੱਕੜ ਨੇ, ਉਹਦੇ ਵਿੱਚ ਅੱਗ ਹੈ, ਗੈਸਾਂ ਦੇ ਵਿੱਚ ਅੱਗ ਹੈ। ਸਾਰੀਆਂ ਗੈਸਾਂ ਦੇ ਵਿੱਚ ਅੱਗ ਨਹੀਂ ਤੇ ਸਾਰੀਆਂ ਲੱਕੜਾਂ ਦੇ ਵਿੱਚ ਅੱਗ ਨਹੀਂ। ਸਗਲ ਬਸੰਤਰ ਨੇ ਗੁਰੂ ਸਾਹਿਬ ਨੇ ਕਿਹਾ ਵੀ ਜਿੰਦੇ ਵਿੱਚ ਪਰਮਾਤਮਾ ਨੇ ਪਾਈ ਹੈ ਉਸੇ ਵਿੱਚ ਹੀ ਅੱਗ ਹੈ। ਹੁਣ ਸਾਡੇ ਸਰੀਰ ਦੇ ਵਿੱਚ ਵੀ ਅੱਗ ਹੁੰਦੀ ਹੈ। ਆਪਾਂ ਪਿੱਛੇ ਸ਼ਬਦ ਪੜ੍ਹ ਕੇ ਗਏ ਨਾ ਵੀ ਸਰੀਰ ਦੇ ਵਿੱਚ ਵੀ ਅੱਗ ਹੈ। ਜੇ ਸਰੀਰ ਦੇ ਵਿੱਚ ਅੱਗ ਨਾ ਹੋਵੇ, ਸਾਡਾ ਭੋਜਨ ਔਰ ਸਾਡਾ ਸਰੀਰ ਨਾ ਚੱਲੇ। ਤਪਸ਼ ਦੇ ਨਾਲ ਸਰੀਰ ਚੱਲਦਾ, ਕਰੰਟ। ਹੁਣ ਗੁਰਸਤਾਖੀ ਮਾਫ ਕਰਨਾ, ਜਦੋਂ ਬੰਦਾ ਬੁਖਾਰ ਚੜ੍ਹ ਜਾਂਦਾ ਹੈ ਜਾਂ ਬੰਦਾ ਮੁਰਝਾਇਆ ਜਾਂਦਾ, ਕੋਈ ਸਰੀਰ ਦਾ ਸਿਸਟਮ ਖਰਾਬ ਹੋ ਜਾਂਦਾ, ਤੇ ਆਪਾਂ ਕਹਿੰਦੇ ਵੀ ਇਹਦਾ ਪਹਿਲਾਂ ਸਭ ਤੋਂ ਪਹਿਲਾਂ ਬੀਪੀ ਚੈੱਕ ਕਰੋ, ਲੋ ਹੈ ਕਿ ਹਾਈ ਹੈ। ਸਰੀਰ ਦੇ ਸਿਸਟਮ ਨੂੰ ਇਹਨੇ ਖਰਾਬ ਕਰ ਦਿੱਤਾ, ਸਰੀਰ ਦੇ ਸਿਸਟਮ ਨੂੰ ਇਹਨੇ ਖਰਾਬ ਕਰ ਦਿੱਤਾ ਬੀਪੀ ਦੇ ਕਾਰਨ ਕਰਕੇ, ਬਲੱਡ ਪ੍ਰੈਸ਼ਰ। ਤੇ ਗੁਰਮੁਖ ਪਿਆਰੋ, ਸਤਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਕਿਰਪਾ ਸਦਕਾ ਆਪਣੇ ਸਰੀਰ ਦੇ ਵਿੱਚ ਵੀ ਅੱਗ ਹੈ। ਸਾਰਿਆਂ 'ਚ ਬਰਾਬਰ ਨਹੀਂ, ਸਮਾਨ ਅੰਤਰ ਨਹੀਂ ਹੈ। ਇਹ ਪ੍ਰਮਾਤਮਾ ਨੇ ਜਿਸ ਤਰ੍ਹਾਂ ਦਾ ਸਰੀਰ ਹਰ ਇੱਕ ਪੁਰਸ਼ ਦਾ ਬਣਾਇਆ ਹੈ, ਉਸੇ ਤਰੀਕੇ ਦੇ ਨਾਲ ਬਣ ਰਿਹਾ ਹੈ, ਉਸੇ ਤਰੀਕੇ ਨਾਲ ਚੱਲ ਰਿਹਾ ਹੈ। ਕਿਸੇ ਦੇ ਸਰੀਰ ਦੇ ਵਿੱਚ ਜ਼ਿਆਦਾ ਅੱਗ ਹੁੰਦੀ ਹੈ, ਕਿਸੇ ਦੇ ਸਰੀਰ 'ਚ ਘੱਟ ਹੁੰਦੀ ਹੈ। ਇੱਕ ਤਾਂ ਅੰਦਰ ਅੱਗ ਹੁੰਦੀ ਹੈ ਜਿਹੜੀ ਆਪਣੇ ਸਰੀਰ ਦਾ ਪਾਲ ਪੋਸ਼ਣ ਕਰਦੀ ਹੈ, ਇਹਦੇ 'ਚ ਰਾਸ਼ਨ ਪਾਣੀ ਨੂੰ ਪਹੁੰਚਾਉਂਦੀ ਹੈ। ਇੱਕ ਅੱਗ ਹੁੰਦੀ ਬੰਦੇ ਦੇ ਮਨ ਦੇ ਵਿੱਚ, ਮਨ ਦੇ ਵਿੱਚ ਅੱਗ ਹੁੰਦੀ। ਆਪਾਂ ਕਹਿੰਦੇ ਇਹਨੂੰ ਪਤਾ ਨਹੀਂ ਕਿਹੜੀ ਅੱਗ ਲੱਗੀ ਹੈ, ਭੱਜਾ ਹੀ ਫਿਰਦਾ, ਤੁਰਿਆ ਹੀ ਫਿਰਦਾ, ਇਹ ਖੜਦਾ ਹੀ ਨਹੀਂ। ਉਹ ਮਨ ਦੇ ਅੰਦਰ ਪ੍ਰੈਸ਼ਰ ਹੁੰਦਾ, ਉਹਨੂੰ ਵੀ ਆਪਾਂ ਅੱਗ ਹੀ ਕਹਿ ਦਿੰਦੇ। ਹੁਣ ਨਸ਼ਾ ਖਾਣ ਵਾਲਾ, ਉਹਦਾ ਸਰੀਰ ਸੁਸਤ ਹੋ ਜਾਂਦਾ ਹੈ, ਬਲੱਡ ਉਹਦਾ ਚੱਲਦਾ ਨਹੀਂ, ਉਹ ਬਲੱਡ ਨੂੰ ਤੇਜ਼ ਕਰਨ ਵਾਸਤੇ ਨਸ਼ਾ ਦਿੰਦਾ। ਜਿਵੇਂ ਆਪਾਂ ਸਬਜ਼ੀ ਭਾਜੀ ਜਾਂ ਕੋਈ ਹੋਰ ਚੀਜ਼ ਗਰਮ ਕਰਨ ਵਾਸਤੇ ਹੀ ਉਹਦੇ ਥੱਲੇ ਅੱਗ ਦਿੰਦੇ ਆ ਨਾ, ਤਾਂ ਹੀ ਗਰਮ ਹੋਏਗੀ। ਇਹ ਨਸ਼ਾ ਵੀ ਇਸੇ ਕਰਕੇ ਹੈ ਗੁਰਮੁਖ ਪਿਆਰੇ। ਜੇ ਸਾਡਾ ਸਰੀਰ ਸਮਾਨ ਅੰਤਰ ਚੱਲ ਰਿਹਾ ਫਿਰ ਨਸ਼ਾ ਖਾਣ ਦੀ ਕੋਈ ਲੋੜ ਨਹੀਂ ਪੈਂਦੀ, ਪਰ ਅਸੀਂ ਹੌਲੀ ਹੌਲੀ ਵਧਾਉਂਦੇ ਵਧਾਉਂਦੇ ਵਧਾ ਲੈਂਦੇ ਹਾਂ। ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ ਹੈ ਕਿ ਬੰਦਿਆ, ਭੈ ਵਿੱਚ ਆਗਣ ਕੱਢੈ ਵਿਗਾਰ, ਵੀ ਜਿਹੜੀ ਗੁਰਮੁਖ ਪਿਆਰੋ ਅੱਗ ਹੈ, ਇਹ ਜਿਹੜੀ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਚੱਲਦੀ ਹੈ। ਇਹ ਵੀ ਰੱਬ ਦੇ ਭੈ ਵਿੱਚ ਹੀ, ਅੰਗਿਆਰ ਦਾ ਮਤਲਬ ਵੀ ਇਹ ਲਾਈਟ ਕੱਢਦੀ ਹੈ, ਅੱਗ ਨਿਕਲਦੀ ਹੈ। ਅੱਗੇ ਗੁਰੂ ਸਾਹਿਬ ਜੀ ਕੀ ਕਹਿੰਦੇ ਨੇ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਦੱਬੀ ਧਰਤੀ ਭਾਰ, ਵੀ ਆ ਜਿੰਨਾ ਕੁਛ ਵੀ ਧਰਤੀ ਦੇ ਉੱਤੇ ਹੈ। ਵੈਸੇ ਤੇ ਆਪਾਂ ਗੁਰਮੁਖ ਪਿਆਰੋ ਕਿਸੇ ਜਗ੍ਹਾ ਤੋਂ ਪੱਟ ਕੇ ਲਿਆ ਕੇ ਬਣਾਉਣੇ, ਮਿੱਟੀ ਤੇ ਪਹਿਲਾਂ ਮਿੱਟੀ ਹੈ। ਜਿੰਨਾ ਵੀ ਕੁਛ ਧਰਤੀ ਦੇ ਉੱਤੇ ਹੈ, ਭਾਰ ਜਿੰਨਾ ਵੀ, ਵੈਸੇ ਨਾ ਕੁਛ ਵਿਦਵਾਨਾਂ ਨੇ ਕਿਹਾ ਵੀ ਧਰਤੀ ਤੋਂ ਪੁੱਛਿਆ ਗਿਆ, ਕਲਪਨਾ ਇੱਕ ਧਰਤੀ ਤੋਂ ਪੁੱਛਿਆ ਗਿਆ ਵੀ ਤੇਰੇ ਉੱਤੇ ਜਿਹੜੇ ਭਾਰ ਨੇ, ਜਿਹੜੇ ਪੇੜ ਪੌਦੇ ਨੇ, ਆਪ ਹੀ ਪੈਦਾ ਕਰ ਲੈਂਦੀ ਧਰਤੀ, ਧਰਤੀ ਆਪ ਹੀ ਪੈਦਾ ਕਰਦੀ ਹੈ। ਆਪਾਂ ਜੇ ਆ ਬੋਹੜ ਦਾ ਰੁੱਖ ਲਾਉਣੇ ਆ, ਛੋਟਾ ਜਿਹਾ ਬੀਜ ਹੁੰਦਾ, ਧਰਤੀ 'ਚ ਹੀ ਪਾਇਆ ਜਾਂਦਾ, ਉਹ ਕਿੱਡਾ ਵੱਡਾ ਧਰਤੀ 'ਚੋਂ ਰਸ ਲੈਂਦਾ, ਪਾਣੀ ਧਰਤੀ 'ਚੋਂ ਲੈਂਦਾ, ਜੜ੍ਹਾਂ ਰਾਹੀਂ ਹੌਲੀ 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 ਕਿੱਡਾ। ਕਈ ਜਗ੍ਹਾ 'ਤੇ ਜਾ ਕੇ ਦੇਖਣਾ, ਇੱਕ ਜਗ੍ਹਾ 'ਤੇ ਨਾ ਗੁਰਮੁਖ ਪਿਆਰੋ ਸਾਨੂੰ ਜਾਣ ਦਾ ਮੌਕਾ ਮਿਲਿਆ, ਇੱਧਰ ਮੁਕਤਸਰ ਵੱਲ ਹੈ। ਉਹ ਬੋਹੜ, ਆ ਬੋਹੜਾਂ ਦਾ ਕੀ ਹੁੰਦਾ, ਬੋਹੜ ਦੇ ਵਿੱਚ ਬੋਹੜ ਜੁੜ ਕੇ ਤੇ ਗਾਂ ਇੰਨੀਆਂ ਜਿਹੜੀਆਂ ਆਪਾਂ ਦਾੜੀ ਕਹਿ ਦਿੰਦੇ ਹਾਂ, ਬੋਹੜ ਦੀ ਦਾੜੀ, ਉਹ ਥੱਲੇ ਨੂੰ ਆ ਕੇ ਫਿਰ ਲੱਗ ਜਾਂਦੀ, ਫਿਰ ਅੱਗੋਂ ਉਹ ਜਾਣੀ ਕਿ ਜਿਹੜੀਆਂ ਜੜ੍ਹਾਂ ਗਾਂ ਦੀ ਗਾਂ ਹੁੰਦੀਆਂ ਉਹ ਘੱਟੋ ਘੱਟ ਅਸੀਂ ਜ਼ਿਆਦਾ ਨਹੀਂ ਵੀ ਜਿੰਨਾ ਕੁ ਆਪਾਂ ਦੇਖਿਆ ਵੀ 1.5 ਪੌਣੇ 2 ਕਿੱਲਿਆਂ ਦੇ ਵਿੱਚ ਉਹ ਸਿਸਟਮ ਹੋਏਗਾ ਬੋਹੜ ਦਾ। ਉਹ ਜਦੋਂ ਅਸੀਂ ਉੱਥੇ ਗੱਲ ਕੀਤੀ ਉਹਨਾਂ ਦੇ ਨਾਲ ਵੀ, ਜਿਹੜੇ ਲਾਗੇ ਬੰਨੇ ਖੇਤੀਬਾੜੀ ਵਾਲੇ ਸੀ, ਕਹਿੰਦੇ ਅਸੀਂ ਜਗ੍ਹਾ ਛੱਡੀ ਜਾਂਦੇ ਵੀ ਜਿੰਨਾ ਇਹ ਵਧੀ ਜਾਂਦਾ ਜਗ੍ਹਾ ਛੱਡੀ ਜਾਂਦੇ, ਕਿਉਂਕਿ ਇਹਦਾ ਸਿਸਟਮ ਹੀ ਹੈ, ਪਾਸਿਓਂ ਜੜ੍ਹਾਂ ਨਹੀਂ ਉੱਠਦੀਆਂ ਤਾਂ ਨੂੰ, ਜਿਹੜੀਆਂ ਉੱਪਰੋਂ ਜੜ੍ਹਾਂ ਆਉਂਦੀਆਂ ਨੇ ਥੱਲੇ, ਉਹ ਵਿੱਚ ਫਿਰ ਕਨੈਕਟ ਇਕੱਠਾ ਕਰਕੇ ਫਿਰ ਅੱਗੇ ਗਾਂ ਵਧੀ ਜਾਂਦੀਆਂ, ਉਹ ਗਾਂ ਦੀ ਗਾਂ ਵਧੀ ਜਾਂਦੀਆਂ ਨੇ।
तो वो सिस्टम इनका चली जाता है। वो कहते भी असी कहा भी क्यों तुसी क्यों नहीं करते भी तुहाडी जमीन, उन्होंने तो कुछ होर हिसाब किताब दसिया सी भी भाई असी ना भी इत्थे परमात्मा का करिश्मा है तो बाबा बोड़ वाला ये करिश्मा कर रहा है, जिन्नी जिन्नी उन्हें धरती लैनी उन्हें ले लैनी। ये तो गुरमुख प्यारो सृष्टि का सिस्टम ही है। आपां बीज पाई चलीए तो वो उगी जाने ने। हुण बोड़ नूं पासे कई बोड़, हुण अपना जिहड़ा बोड़ सीगा गुरुद्वारा साहिब दे जगह दे विच जिथे हुण अपना गुरुद्वारा साहिब है, इत्थे बोड़ हुंदा सी, उहदा की बनिया अपने आप ही सुक गया। पता नहीं कदों दा लाया सी, अपने संभाला तो जदों तो आपां दुनिया दे विच आए तो पहलां दा लग्या सी ते किड्डा मोटा सी ते हौली हौली टाणे टुटने शुरू हो गए, हौली हौली वो अपने ही पता नहीं कारण परमात्मा जानदा है भी सुक गया वो। ते गुरमुख प्यारो गुरु परमात्मा परमेश्वर की कृपा सदका गुरु साहब जी कहते ने सानू समझाउणा कीता है कि भै विच धरती दबी भार, ये परमात्मा की कृपा सदके धरती खड़ी रहिंदी है, जिन्ना मर्जी उत्ते वेट धरती किते दबी हुई, चलो किसी जगह तो ये थोड़ा बहुत हो जाता है, धरती पाड़ गई, धरती दब गई, कोई चीज़ दब गई विचे ही चले गई, वो कई करिश्मे होंदे ने। आ कई जगह ते मोटरां खूबियां अंदर ही चले गई, पता नहीं लगा किधर चले गए। तो गुरु साहब जी की मेहर कृपा सदका गुरु साहब जी कह रहे ने कि ये भी परमात्मा के डर भै विच ही है। तो गुरु साहब जी अगे कृपा करते हैं, भै विच इंदा फिरे सिर भार। इंद जिहड़ा बारिश का देवता है, जिमें प्रोफैसर साहिब सिंह जी ने लिखा है कि बारिश का देवता जिहड़ा मींह पाउंदा है वो भी परमात्मा के हुक्म दे नाल पैंदा है। आपां कई बार त्राह त्राह करते हैं कि रब्बा मींह पा दे, जदों आपां नूं गर्मी लगदी पानी की किल्लत हो जाए आपां कहने रब्बा मींह पा दे, रब ने जे तां पाउणा। आपां कई जग भी करते हैं, आ चौलों दीयां देगां भी कई बंदे कहंदे भी उन्होंने मना लीए, रब नूं इस तरह मन जाता है। वो साडा अपना प्रोसैस है, रब ने जदों मींह पाउणा उदों ही पाउणा। हुण आपां एगती नहीं मींह पिया, बारिश नहीं हुई, नेरियां नहीं चलियां, ये रब दा करिश्मा है, रब दा करिश्मा है। नहीं तो हवावां जदों अपणियां फसलां पक्कण ते आउंदियां ने, जदों असीं पानी लाउणे कोई डिग पई, कोई ढह पई, कोई कुछ हो गया, एगती रब ने हवा नहीं चलाई, एगती रब ने हवा नहीं चलाई। अपने को सामने उदाहरण है। ते गुरमुख प्यारो परमात्मा की कृपा सदका गुरु साहब जी कहते ने भै विच इंद फिरे सिर भार। बदल आपां कई बार वेखदे ना गुरमुख प्यारो, कहने बड़ा बदल चढ़िया जे गया वार पानी बड़ा हो जाना है। आपां कई बार बगैर बदलों तो बदल दिखते नहीं, अपन हुंदे ने बदल दिखते नहीं, तो आपां कहने सुक्के ही मींह पै गया, सुक्के गड़े। कई बार गड़े जिहड़े आपां बर्फ का पार्ट होंदा ना, आपां गड़े कहने, उत्तों सीधे ही धुप लगी हुंदी ते गड़े ही सीधे डायरैक्ट गड़े सिੱਟਣ। गुरु साहब जी कहते ये भी रब दे हुक्म दे विच ही परमात्मा का सिस्टम है। गुरु साहब जी कहते भै विच इंद फिरे सिर भार। उत्ते अपने सिरां दे उत्ते बदल मंडराए रहिंदे ने। कई बार तो वाधू बारिश हो जाती, तो कई बार वो बदल रब दिखाउंदा सानू किते है ते बारिश किते पाउंदा है। रब परमात्मा बदल सानू काले बोले विच नेरी विच झक्खड़ बड़ा कुछ होंदा है, ते रब की कर दिंदा है, बारिश नहीं पाउंदा। ये गुरु साहब जी कहते परमात्मा के भय दे विच डर दे विच भै विच राजा धर्म दवार। भै विच जिहड़ा धर्मराज है ना, जिन्हें साडा सारे जीवां दा लेखा जोखा जो कुछ करना है, वो भी परमात्मा दे भै विच है, डर विच है। गुरु साहब जी कहते ने भै विच राजा धर्म दवार।
ਉਹਦੇ ਹੁਕਮ ਦੇ ਵਿੱਚ ਧਰਮ ਰਾਜ ਦਾ ਦਰਬਾਰ ਵੀ ਰੱਬ ਦੇ ਹੱਥ ਵਿੱਚ ਹੈ। ਜੇ ਉਹਨੇ ਹੁਕਮ ਚਲਾਇਆ ਉਸੇ ਤਰੀਕੇ ਦੇ ਨਾਲ ਹੁਕਮ ਚੱਲਣਾ ਹੈ। ਸਾਡੇ ਜੀਵ ਜੰਤੂਆਂ 'ਤੇ ਰੱਬ ਦਾ ਹੁਕਮ ਚੱਲਣਾ ਹੈ ਬਈ, ਪਰਮਾਤਮਾ ਦਾ। ਇਹ ਸਾਨੂੰ ਸਮਝਾਉਣਾ ਕੀਤਾ ਹੈ ਕਿ ਜੇ ਤੂੰ ਬੰਦਿਆ ਰੱਬ ਦੀ ਭਗਤੀ ਕਰੇ, ਰੱਬ ਦੇ ਮਾਰਗ ਤੇ ਚੱਲੇ, ਤੇ ਰੱਬ ਆਪਣੇ ਧਰਮਰਾਜ ਨੂੰ ਵੀ ਇਹ ਕਹਿ ਦੇਗਾ ਵੀ ਭਾਈ ਇਹਨੂੰ ਨਹੀਂ ਇੱਧਰ ਲਿਆਉਣਾ, ਇਹਨੂੰ ਤੇ ਆਹ ਸਿਸਟਮ, ਇਹਨੇ ਤਾਂ ਬਹੁਤ ਸੋਹਣੇ ਕਰਮ ਕੀਤੇ ਨੇ, ਰੱਬ ਦੀ ਭਗਤੀ ਕੀਤੀ ਹੈ ਮੇਰੀ। ਹੁਣ ਇੱਕ ਰਾਜੇ ਦਾ ਵਜ਼ੀਰ ਹੈ, ਕੁਛ ਪਾਵਰਾਂ ਉਹਦੇ ਕੋਲ ਹੁੰਦੀਆਂ ਨੇ ਗੁਰਮੁਖ ਪਿਆਰਿਓ, ਕੁਛ ਪਾਵਰਾਂ ਹੁੰਦੀਆਂ ਨੇ ਰਾਜੇ ਦੇ ਵਜ਼ੀਰ ਕੋਲ। ਚਲੋ ਅੱਜ ਪੀਏ ਲਾ ਲਓ ਜਾਂ ਜਿਸ ਤਰ੍ਹਾਂ ਸਿਸਟਮ ਲਾ ਲਓ, ਉਹਦੇ ਕੋਲ ਵੀ ਪਾਵਰ ਹੁੰਦੀ ਹੈ। ਪਤਾ ਹੁੰਦਾ ਨਾ ਸਾਰੇ ਸਰਕਾਰੀ ਦਰਬਾਰੇ ਵੀ ਇਹ ਪੀਏ ਹੈ, ਇਹ ਵਜ਼ੀਰ ਹੈ। ਰਾਜਾ ਕਈ ਵਾਰ ਪਤਾ ਕੀ ਕਹਿੰਦਾ, ਰਾਜਾ ਆਪਣੇ ਵਜ਼ੀਰ ਨੂੰ ਕਹਿੰਦਾ ਵੀ ਆਹ ਬੰਦਾ ਮੇਰਾ ਖਾਸ ਹੀ, ਕਿਤੇ ਵੀ ਇਹਨੂੰ ਕੰਮ ਪਵੇ, ਕਿਤੇ ਵੀ ਕੋਈ ਲੋੜ ਪਵੇ ਤੇ ਇਹਦਾ ਤੂੰ ਕੰਮ ਸਵਾਰਨਾ ਹੀ, ਇਹਦਾ ਕੰਮ ਤੂੰ ਕਰਨਾ ਹੀ, ਇਹ ਬੰਦਾ ਆਪਣਾ ਖਾਸ ਹੈ। ਤੇ ਗੁਰੂ ਸਾਹਿਬ ਜੀ ਨੇ ਇਸੇ ਤਰੀਕੇ ਨਾਲ ਸਾਨੂੰ ਸਮਝਾਉਣਾ ਕੀਤਾ ਕਿ ਜੇ ਤੂੰ ਰੱਬ ਦੀ ਰਜ਼ਾ ਵਿੱਚ ਚੱਲੇਗਾ ਨਾ ਬੰਦਿਆ, ਰੱਬ ਤੇਰੇ ਸਾਰੇ ਕਾਰਜ ਸਵਾਰੇਗਾ। ਧਰਮਰਾਜ ਨੂੰ ਵੀ ਉਹ ਕਹਿ ਦੇਗਾ ਵੀ ਭਾਈ ਇਹਦੇ ਕਰਮ ਸਾਰੇ ਸਹੀ ਕਰ ਦੇ। ਕਰਨਾ ਕੀ ਹੈ? ਸਾਡਾ ਜਨਮ ਸਫਲ। ਜੇ ਤਾਂ ਅਸੀਂ ਪ੍ਰਮਾਤਮਾ ਦੀ ਰਜ਼ਾ ਵਿੱਚ ਰਹੇ, ਪ੍ਰਮਾਤਮਾ ਦੀ ਰਜ਼ਾ ਵਿੱਚ ਅਸੀਂ ਆਪਣਾ ਜੀਵਨ ਚਲਾਇਆ, ਤੇ ਰੱਬ ਵੀ ਸਾਡੀ ਮੰਨ ਲਏਗਾ, ਤੇ ਰੱਬ ਗਾਂ ਆਪਣੇ ਧਰਮਰਾਜ ਨੂੰ ਵੀ ਕਹਿ ਦੇਗਾ ਭਾਈ ਆਹ ਕੰਮ ਨਹੀਂ ਕਰਨਾ, ਇਸਨੇ ਮੇਰੇ ਸੋਹਲੇ ਗਹਿਣ ਕੀਤੇ ਜਾਂ ਮੈਨੂੰ ਧਿਆਇਆ। ਤੇ ਗੁਰੂ ਸਾਹਿਬ ਜੀ ਅੱਗੇ ਕਿਰਪਾ ਕਰਦੇ ਨੇ, ਪੈ ਵਿੱਚ ਸੂਰਜ ਪੈ ਵਿੱਚ ਚੰਦ। ਹੁਣ ਆਪਾਂ ਸਾਰਿਆਂ ਨੂੰ ਪਤਾ ਹੈ ਰਾਤ ਪਈ, ਸੂਰਜ ਕਿੱਥੇ ਗਿਆ? ਰੱਬ ਦਾ ਸਿਸਟਮ। ਚਲੋ ਸਾਇੰਸ ਦੇ ਮੁਤਾਬਕ ਧਰਤੀ ਘੁੰਮਦੀ ਹੈ ਸੂਰਜ ਦੇ, ਧਰਤੀ ਘੁੰਮ ਕੇ ਉੱਥੇ ਆ ਗਈ, ਸੂਰਜ ਚੜ੍ਹ ਗਿਆ, ਸੂਰਜ ਉਦੈ ਹੋ ਗਿਆ। ਗੁਰੂ ਸਾਹਿਬ ਜੀ ਕਹਿੰਦੇ ਵੀ ਰੱਬ ਦੇ ਹੁਕਮ ਦੇ ਵਿੱਚ ਨੇ ਸੂਰਜ ਤੇ ਚੰਦਰਮਾ। ਕੋਈ ਥੱਲੇ ਥੰਮੀ ਹੈ, ਕਿਵੇਂ ਚੱਲਦੇ ਨੇ, ਕਿਵੇਂ ਚਲਾਉਂਦਾ। ਆਪਾਂ ਤਾਂ ਜਿੰਨੀ ਜ਼ਿੰਦਗੀ ਜੀ ਚੁੱਕੇ ਹਾਂ ਵੀ ਆਪਣੇ ਸਰੀਰ ਦੇ ਨਾਲ, ਆਪਾਂ ਤਾਂ ਕਿਤੇ ਰੱਬ ਦਾ ਸਿਸਟਮ ਦੇਖਿਆ ਨਹੀਂ ਵੀ ਖਰਾਬ ਹੋਇਆ ਹੋਵੇ। ਬੰਦਾ ਆਪਣਾ ਕਰ ਲੈਂਦਾ, ਰੱਬ ਦਾ ਤਾਂ ਸਿਸਟਮ ਉਵੇਂ ਹੀ ਸੂਰਜ ਚੜ੍ਹਦਾ ਹੈ, ਉਵੇਂ ਹੀ ਚੰਦਰਮਾ ਚੜ੍ਹਦਾ, ਉਵੇਂ ਹੀ ਤਾਰੇ ਚੜ੍ਹਦੇ ਨੇ, ਉਵੇਂ ਹੀ ਧਰਤੀ ਦੇ ਉੱਤੇ ਸਾਰੀ ਪ੍ਰਕਿਰਿਆ ਹੋ ਰਹੀ। ਬੰਦਾ ਆਪਣਾ ਸਿਸਟਮ ਬਦਲੀ ਕਰ ਲੈਂਦਾ ਹੈ, ਰੱਬ ਦਾ ਸਿਸਟਮ ਤੇ ਵਧੀਆ ਚੱਲ ਰਿਹਾ। ਰੱਬ ਅੱਜ ਤੋਂ ਅਰਬਾਂ ਖਰਬਾਂ ਸਾਲਾਂ ਵਿੱਚ ਜਦੋਂ ਮਨੁੱਖ ਨੂੰ ਪੈਦਾ ਕੀਤਾ ਹੋਵੇਗਾ, ਰੱਬ ਦਾ ਸਿਸਟਮ ਇਵੇਂ ਹੀ ਚੱਲੀ ਜਾਂਦਾ। ਕਿਤੇ ਆਪਾਂ ਸੁਣਿਆ ਹੋਵੇ ਵੀ ਸੂਰਜ ਥੱਲੇ ਆ ਗਿਆ ਸੀ, ਚੰਦਰਮਾ ਥੱਲੇ ਆ ਗਿਆ ਸੀ, ਧਰਤੀ ਉਲਟ ਫੁਲਟ ਹੋ ਕੇ ਸੂਰਜ ਕੋਲ ਚਲੇ ਗਈ? ਨਾ, ਰੱਬ ਦਾ ਸਿਸਟਮ ਵਧੀਆ ਚੱਲੀ ਜਾਂਦਾ। ਪਰ ਜਿੰਨਾ ਕੁਝ ਬਦਲਾਵ ਕੀਤਾ ਬੰਦੇ ਨੇ ਬਦਲਾਵ ਕੀਤਾ, ਮਨੁੱਖ ਨੇ। ਜੋ ਆਪਾਂ ਅੱਜ ਸਾਇੰਸ ਹੈ ਨਾ, ਜਿਹੜੀ ਸਾਇੰਸ ਹੈ ਵੀ ਤਕਨੀਕ ਦੇ ਨਾਲ ਅੱਜ ਕੰਮ ਕਰਨੇ, ਗੱਡੀਆਂ ਬਣਾਤੀਆਂ ਵੱਡੇ ਵੱਡੇ, ਸਾਰਾ ਕੁਝ ਬੰਦੇ ਨੇ ਬਣਾਇਆ। ਕਿੱਥੋਂ? ਕੁਝ ਧਰਤੀ ਤੋਂ ਪਾਟ ਲੈ ਕੇ ਬਣਾ ਲਏ। ਪਹਿਲਾਂ ਕੱਚੇ ਮਕਾਨ ਹੁੰਦੇ ਸੀ, ਬੰਦੇ ਦੇ ਮਨ ਵਿੱਚ ਆਇਆ ਵੀ ਇਹਦੀ ਇੱਟ ਵੀ ਬਣ ਸਕਦੀ, ਪੱਕਾ ਵੀ ਬਣ ਸਕਦਾ, ਪੱਕਾ ਵੀ ਬਣ ਸਕਦਾ। ਤੇ ਗੁਰਮੁਖ ਪਿਆਰੋ ਇੱਟ ਬਣਾ ਲਈ, ਸੌਖੀ ਸੀ। ਹੁਣ ਪੱਥਰ ਦੇ ਵੀ, ਪਹਿਲਾਂ ਪੱਥਰ ਨਦੀਆਂ ਕਈ ਥਾਵਾਂ ਤੇ ਪਏ ਨੇ, ਨਦੀਆਂ ਉੱਤੋਂ ਚੱਲਦੀਆਂ, ਥੱਲੇ ਪੱਥਰ ਬਹੁਤ ਪਿਆ ਰਹਿੰਦਾ। ਖਾਸ ਕਰਕੇ ਹਿਮਾਚਲ, ਜੰਮੂ ਐਂਡ ਕਸ਼ਮੀਰ ਦੇ ਵਿੱਚ, ਆਪਣੇ ਇੰਡੀਆ ਦੇ ਵਿੱਚ, ਉੱਥੋਂ ਪੱਥਰ ਲਿਆ ਕੇ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾ ਰਹੇ ਨੇ। ਪਰ ਪੱਥਰ ਨੂੰ ਹੁਣ ਜੋੜਨਾ, ਸੀਮੈਂਟ ਦੇ ਨਾਲ ਜੋੜਨਾ ਬੜਾ ਔਖਾ, ਸੀਮੈਂਟ ਦੇ ਨਾਲ ਜੁੜਦਾ ਨਹੀਂ। ਹਾਂ, ਇਹ ਵੀ ਪੱਥਰ ਦਾ ਸੀਮੈਂਟ ਬਣਾ ਕੇ ਹੁਣ ਕਈ ਥਾਵਾਂ ਤੇ ਕੰਧਾਂ ਬਣਦੀਆਂ ਸੀਮੈਂਟ ਦੀਆਂ ਨੇ। ਕੰਧਾਂ ਜਿਵੇਂ ਆਪਾਂ ਪਹਿਲਾਂ ਗਾਰੇ ਦੀਆਂ ਬਣਾਉਂਦੇ ਸੀ ਨਾ, ਵੀ ਕੰਧ ਥੱਲੇ ਫੱਟਾ ਰੱਖ ਕੇ ਵਿੱਚ ਕੁੱਟੀ ਜਾਣਾ ਤੇ ਉਹਨੂੰ ਤਾਂ ਚੱਕੀ ਜਾਣਾ,
ਹੁਣ ਸੀਮੈਂਟ ਦੀਆਂ ਹੀ ਕੰਧਾਂ ਬਣਦੀਆਂ ਨੇ, ਪਰ ਪੱਥਰ ਦਾ ਹੀ ਬਣਦਾ ਨਾ ਸੀਮੈਂਟ, ਪੱਥਰ ਦਾ ਹੀ ਬਣਦਾ। ਉਹਦੇ ਚਲੋ ਕੈਮੀਕਲ ਪਾ ਕੇ ਤੇ ਉਹਨੂੰ ਜੁੜਨ ਵਾਲਾ ਬਣਾ ਦਿੰਦੇ ਨੇ। ਇਹ ਪੱਥਰ ਦੇ ਨਾਲ ਪੱਥਰ ਕਿਵੇਂ ਜੋੜਾਂਗੇ? ਨਹੀਂ ਜੁੜਦਾ, ਸੀਮੈਂਟ ਵੀ ਨਹੀਂ ਕੰਮ ਕਰਦਾ ਉੱਤੇ। ਤੇ ਗੁਰਮੁਖ ਪਿਆਰੋ, ਇਹ ਬੰਦੇ ਨੇ ਤਕਨੀਕ ਬਣਾਈ ਵੀ ਇੱਟ ਬਣਾ ਲਓ, ਉਹਨੂੰ ਪਕਾ ਲਓ, ਪੱਕੀ ਬਣ ਜੂਗੀ, ਉੱਤੇ ਸੀਮੈਂਟ ਦਾ ਲੇਪ ਕਰ ਦਿਓ, ਬੜਾ ਚਿਰ ਜ਼ਿੰਦਗੀ ਲੰਘ ਜਾਏਗੀ। ਇਸ ਕਰਕੇ ਗੁਰਮੁਖ ਪਿਆਰਿਓ, ਪਰਮਾਤਮਾ ਨੇ ਸਾਨੂੰ ਸਭ ਕੁਝ ਬਣਾ ਕੇ ਦਿੱਤਾ ਹੈ ਤੇ ਬੰਦੇ ਨੇ ਉੱਤੋਂ ਬਣਾ ਲਿਆ। ਬੰਦੇ ਨੇ ਕਹਾ ਜਿਵੇਂ ਚੀਜ਼ ਹੈ, ਕੱਚੇ ਤੋਂ ਪੱਕਾ ਹੋ ਗਿਆ। ਮਕਾਨ ਇਹਨੇ ਕੱਚੇ ਤੋਂ ਪੱਕਾ ਕਰ ਲਿਆ, ਪਰ ਮਨ ਜਿਹੜਾ ਪੱਕਾ ਸੀ ਉਹਨੂੰ ਕੱਚਾ ਕਰ ਲਿਆ। ਰੱਬ ਦੇ ਪ੍ਰਥਾਏ ਮਨ ਜਿਹੜਾ ਸੀ ਉਹਨੂੰ ਕੱਚਾ ਕਰ ਲਿਆ, ਪੱਕਾ ਹੁਣ ਪੈਸੇ ਮਗਰ ਹੀ ਭੱਜਾ ਫਿਰਦਾ ਸਾਰੀ ਦਿਹਾੜੀ। ਜੋ ਵੀ ਕੁਛ ਕਰਨਾ ਹੈ, ਭਾਵੇਂ ਕੋਈ ਰਾਜਾ ਹੈ ਤੇ ਭਾਵੇਂ ਕੋਈ ਭਿਖਾਰੀ ਹੈ, ਸਭ ਪੈਸੇ ਪਿੱਛੇ, ਪੈਸਾ ਹੀ ਪੈਸਾ, ਪੈਸਾ ਹੀ ਪੈਸਾ। ਜਿਸ ਮਾਇਆ ਨੇ ਵਿਣ ਦੰਤਾ ਸਭ ਜਗ ਖਾਇਆ, ਮਾਇਆ ਮੋਹਣੀ। ਵੱਡੇ ਵੱਡੇ ਠੇਕੇ, ਆ ਧਰਮ ਦੇ ਠੇਕੇਦਾਰ, ਆ ਵੱਡੇ ਵੱਡੇ ਡੇਰੇ ਕਿਉਂ ਠੋਕੇ ਨੇ? ਮਾਇਆ, ਮਾਇਆ। ਬੰਦਾ ਮਾਇਆ ਪਿੱਛੇ ਤੁਰਿਆ ਫਿਰਦਾ ਨਾ। ਤਕਨੀਕ ਵੀ ਸਾਰੇ ਉਹ ਫਿਰ ਉਹ ਜਿਹੀਆਂ ਸਕੀਮਾਂ ਘੜਦੇ ਨੇ, ਜਿਵੇਂ ਹੁਣ ਸਾਡੇ ਸਰਕਾਰ ਦੇ ਵਿੱਚ ਕਾਨੂੰਨ ਬਣਾ ਦਿੱਤਾ ਹੈ, ਇਹ ਵੀ ਵੱਡੇ ਵੱਡੇ ਮਾਇਆਧਾਰੀਆਂ ਦੇ ਸਕੀਮਾਂ ਸੀ। ਮਾਇਆਧਾਰੀਆਂ ਦੀਆਂ ਸਕੀਮਾਂ, ਜਿਵੇਂ ਉਹਨਾਂ ਨੂੰ ਰਾਏ ਦਿੱਤੀ ਵੀ ਤੁਸੀਂ ਇੰਜ ਕਰ ਦਿਓ, ਉਵੇਂ ਉਹਨਾਂ ਨੇ ਕਰ ਲਿਆ। ਜਿਵੇਂ ਰਾਏ ਦਿੱਤੀ, ਮਾਇਆ ਦੇ ਕਰਕੇ ਦਿੱਤੀ ਹੈ ਨਾ, ਮਾਇਆ ਕਰਕੇ ਰਾਏ ਦਿੱਤੀ ਆ ਵੀ ਤੁਸੀਂ ਇੰਜ ਕਰ ਲਓ, ਬਸ ਉਵੇਂ ਕਰੀ ਜਾਂਦੇ ਨੇ ਉਹ। ਗੁਰੂ ਪਰਮਾਤਮਾ ਪਰਮੇਸ਼ਰ ਦੀ ਬਾਣੀ ਸਾਨੂੰ ਸਮਝਾਉਣਾ ਕਰਦੀ ਹੈ ਕਿ ਭਾਈ ਸਾਰਾ ਜਿੰਨਾ ਸਿਸਟਮ ਪਰਮਾਤਮਾ ਨੇ ਆਪਣੇ ਇੱਕ ਲੜੀ 'ਚ ਪਰੋਇਆ ਹੋਇਆ ਹੈ, ਇੱਕ ਬਿਲਕੁਲ ਸਿਸਟਮ ਦੇ ਵਿੱਚ ਚੱਲ ਰਿਹਾ ਸਾਰਾ ਕੁਛ। ਬੰਦਿਆ ਤੂੰ ਹੀ ਆਪਣੇ ਸਿਸਟਮ ਨੂੰ ਤੂੰ ਆਪ ਹੀ ਖਰਾਬ ਕਰ ਰਿਹਾ। ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋਹ ਕਰੋੜੀ ਚਲਤ ਨ ਅੰਤ। ਇੱਥੇ ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ, ਕੋਹ ਕਰੋੜੀ ਚਲਤ ਨ ਅੰਤ। ਕੋਹ ਕਰੋੜੀ ਵੀ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਗਰੀਬ ਨਵਾਜ਼ ਸਾਨੂੰ ਜਿਨ੍ਹਾਂ ਨੇ ਸਮਝਾਉਣਾ ਕੀਤਾ, ਕੋਹ ਕਰੋੜੀ, ਕਰੋੜਾਂ ਕੋ ਵੀ ਇਹ ਜਿਹੜਾ ਸਿਸਟਮ ਚਲਾ ਰਿਹਾ ਨਾ ਪਰਮਾਤਮਾ, ਵੀ ਜਿਹੜਾ ਸੂਰਜ ਤੇ ਚੰਦਰਮਾ ਹੁਕਮ ਵਿੱਚ ਚੱਲਦੇ ਨੇ, ਕਰੋੜਾਂ ਕੋਹਾਂ ਚੱਲਦਿਆਂ ਪੈਂਡੇ ਦਾ ਉੜਕ ਨਹੀਂ ਆਉਂਦਾ ਇਹਨਾਂ ਨੂੰ। ਹੁਣ ਆਪਾਂ ਚਲੇ ਜਾਈਏ ਇੱਥੋਂ ਹਜ਼ਾਰਾਂ ਲੱਖਾਂ ਕਰੋੜਾਂ ਮੀਲ ਦੂਰ ਚਲੇ ਜਾਈਏ, ਸੂਰਜ ਦੀ ਕਿਰਨ ਉੱਥੇ ਵੀ ਪੈ ਰਹੀ। ਸੂਰਜ ਦੀ ਕਿਰਨ ਰੁਕਾਵਟ, ਰਾਹ ਦੇ ਵਿੱਚ ਕੋਈ ਰੁਕਾਵਟ ਨਹੀਂ ਨਾ। ਪਰਮਾਤਮਾ ਨੇ ਸਿਸਟਮ ਇਸ ਤਰ੍ਹਾਂ ਬਣਾਇਆ, ਚੰਦਰਮਾ ਦੀ ਚਾਨਣੀ, ਸਾਰੀਆਂ ਚੀਜ਼ਾਂ ਥੱਲੇ ਹੀ ਰਹਿ ਜਾਣੀਆਂ ਨੇ। ਭਾਵੇਂ ਅਸੀਂ ਪੇੜ ਪੌਦਿਆਂ ਤੋਂ ਉੱਚੇ ਟਾਵਰ ਬਣਾ ਦਈਏ, ਬਿਲਡਿੰਗ ਬਣਾ ਦਈਏ 100 ਮੰਜ਼ਲੀ ਬਿਲਡਿੰਗ ਬਣਾ ਦਈਏ, ਤੇ ਸੂਰਜ ਦੀਆਂ ਕਿਰਨਾਂ ਤੇ ਉਹ ਪਾਣੀ ਤੇ ਵੀ ਪੈਣੀਆਂ, ਸਮੁੰਦਰ 'ਚ ਵੀ ਪੈਣੀਆਂ, ਉਸ 100 ਮੰਜ਼ਲੀ ਇਮਾਰਤ ਤੇ ਵੀ ਪੈਣੀਆਂ ਨੇ, ਤੇ ਹੋਰ ਥਾਵਾਂ ਤੇ ਵੀ ਪੈਣੀਆਂ ਨੇ। ਰੁਕਾਵਟ ਤੇ ਨਹੀਂ ਨਾ। ਕਰੋੜਾਂ ਜਗ੍ਹਾ ਤੇ ਚਲੇ ਜਾਈਏ, ਕਰੋੜਾਂ ਮੀਲ ਦੂਰ ਹੈ, ਪਰਮਾਤਮਾ ਨੇ ਜਿਹੜਾ ਸਾਨੂੰ ਸਿਸਟਮ ਦੇਣਾ ਹੈ ਉਹਦੇ ਤੇ ਕੋਈ ਰੁਕਾਵਟ ਤੇ ਨਹੀਂ। ਇਹ ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ ਕਿ ਉਸ ਪੈਂਡੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ, ਵੀ ਜਿੰਨਾ ਮਰਜ਼ੀ ਚੱਲੀ ਜਾਵੇ। ਇਹ ਪਰਮਾਤਮਾ ਦਾ ਸਿਸਟਮ ਹੈ। ਕੋ ਕਰੋੜੀ ਚਲਤ ਨਾ ਅੰਤ, ਪੈ ਵਿੱਚ ਸਿੱਧ ਬੁੱਧ ਸੁਰਨਾਥ। ਪੈ ਵਿੱਚ ਸਿੱਧ, ਜਿਨ੍ਹਾਂ ਕੋਲ ਸਿੱਧੀਆਂ ਰਿੱਧੀਆਂ ਦੇ ਮਾਲਕ ਹੁੰਦੇ ਨੇ, ਉਹ ਵੀ ਪਰਮਾਤਮਾ ਦੀ ਪ੍ਰਥਾ ਇਹਨਾਂ ਨੂੰ ਮਿਲਦੀਆਂ ਨੇ। ਬੁੱਧ, ਉਹਨਾਂ ਦੀ ਬੁੱਧੀ ਪਰਮਾਤਮਾ ਦੇ ਸਿਸਟਮ ਦੇ ਨਾਲ ਚੱਲਦੀ ਹੈ। ਉਹ ਲੋਕ ਜਿਹੜੇ ਗਿਆਨਵਾਨ ਹੁੰਦੇ ਨੇ, ਜਿਨ੍ਹਾਂ ਦੀ ਬੁੱਧੀ ਗਿਆਨ ਅੰਦਰ ਹਾਸਲ ਕਰ ਲੈਂਦੀ ਹੈ, ਪਰ ਉਹ ਵੀ ਪਰਮਾਤਮਾ ਦੀ ਕਿਰਪਾ ਸਦਕਾ ਹੀ ਹੋਣੀ। ਤੇ ਸੁਰਨਾਥ, ਜਿਹੜੇ ਜੀਵਨ ਦੇ ਵਿੱਚ ਆਪਣੇ ਆਪ ਨੂੰ ਪਰਮਾਤਮਾ ਨਾਲ ਜੁੜੇ ਜੀਂਦੇ ਨੇ, ਉਹਨਾਂ ਨੂੰ ਸੁਰਨਾਥ ਕਿਹਾ ਗਿਆ ਹੈ।
तो गुरु साहब जी की मेहर कृपा सदका प्रोफैसर ਸਾਹਿਬ ਸਿੰਘ जी ने अखरी अर्थ साढ़े सामने रखे ने। सिद्ध बुद्ध देवते नाथ सारे वो उपर तने हुए आकाश विच दिसते ने, ये भी भय विच ने। सारा कुछ जिहड़ा गुरु साहब जी कहते ने कि भय विच अडाणे आकाश, भय विच अडाणे आकाश भी वो जोड़ा सारा कुछ परमात्मा ने आकाश दे विच भी। हुण देखो पंछी है, पंछी धरती ते पैदा हुंदा है, धरती ते धरती तो राशन पानी लैंदा, सारा कुछ आकाश वाल नूं उड़दा है, उड़दा है। सारे पंछियां तो खंभ लाए हुंदे, उड्डे नहीं जाते। आ साडे कोल मुर्गे मुर्गियां ये किन्नी कडारी भरदे ने, उड्डिया नहीं जाता इन्हां तों। रब ने इन्हां दा शरीर उस तरह का बनाया, ये नहीं इन्हां दा शरीर ज़्यादा, इदों भी वड्डे वड्डे शरीर वाले जिन्हां दे अंदर मास है वो उड्ड जाते ने। एक शतरमुर्ग हुंदा है, शतरमुर्ग हुंदा है, वो अडारी भरदा, थोड़ी अडारी भर के फिर बह जाता, उड्डिया नहीं जाता, उहदे तो उड्डण दी कोशिश करदा। ते कई पंछी गुरु साहब जी कहते जिहड़ा कुछ उड़दा है ना वा आकाश दे विच, ये परमात्मा दे भय विच अडाणे आकाश, ये परमात्मा दे भय विच ही है। सब ने हुण इल्लां बहुत तां चले जांदियां ने, आम पक्षी थोड़ी डारी मार के ते उत्थे बह जांदे ने। ये सारा कुछ परमात्मा दे हुक्म विच चलदा है। भय विच जोध महाबल सूर, आपां वैसे जपजी साहिब दे विच ही पढ़दे, तिथे जोध महाबल सूर तिन मैं राम रहा भरपूर। तिथे जोध महाबल सूर, जिहड़े योधे हुंदे ने जिन्हां दे विच जाने कि दुनिया नूं एक वक्री स्प्रिंट हुंदी है कि वो योधियां वाले काम सारे नहीं करते, सारे नहीं योधियां वाले काम, जिन्हां दे विच परमात्मा ने स्प्रिंट भी मैं ये काम करना है। योधे महाबल सूर महाबली, जिन्हां दे विच बहुत ज़्यादा परमात्मा ने ताकत भर दी। ताकत सारियां विच हुंदी है, पर वो ताकत का इस्तेमाल गलत तरीके ना करते, कोई किस तरह करता, कोई किस तरह करता। तो गुरु साहब जी कहते ने भय विच जोध महाबल सूर, भी जिहड़े सूरमे ने बहुत महाबली योधे ने, उन्हां विच भी परमात्मा दा भय हुंदा है, भय विच ही चलदे ने। बड़े बड़े बल वाले योधे सूरमे रब दे भय विच रहिंदे ने। जदों भी कोई योधा है कोई वो रब दे भय दे विच कह के अपने कर्म करदा है। हुण गुरमुख प्यारो बंदा सिंह बहादुर, बाबा बंदा सिंह बहादुर, उहदे च ताकत पावर किन्ने भरी? परमात्मा ने भरी। गुरु गोबिंद सिंह महाराज का थापड़ा सी ते उहदे जोर किन्ने कारोबार कीते। जदों उन्हां दी शहादत होई उदों भी परमात्मा दे भय विच ही होई, शहादत होई उदों भी भय विच ही होई। ये परमात्मा दा सिस्टम है। ते गुरु साहब जी अगे कहंदे भय विच आवे जावे पूर, भय विच आवे जावे पूर। आवे जावे दा मतलब है जीव आउंदे ने जगत विच ते जांदे ने। पूर दा मतलब सारे जीव इस संसार दे विच जिंदगी दी बेड़ी विच बैठदे ने ते जदों समा आ जांदा ते चले जांदे ने। भी भय विच आवे जावे पूर, सब ने परमात्मा दे। हुण आपां जे आपां कई बार कह दिंदे भी ये जिहड़ी जान है ये साडी है, जान जिहड़ी है साडी है। भी आपां जदों किते गल करदे आ किसी नूं विश्वास जिहा दिवाउणा होवे, ओ भाई मैं इस तरह का काम नहीं करना, मैं रब नूं जान देनी है, आपां कई बार कह दिंदे। ओ गुरमुख प्यारिआ, आपां नूं अगिआनता दे नेरे च कहने आपां जान जे साडी होवे असीं तां जान ही ना दईए शरीर चों। जिहड़ी जान है ना गुरमुख प्यारो जे साडी होवे, जिवें आपां शरीर है, शरीर नूं आपां नष्ट होण ही ना दईए। साडे हत्थ पैर बड़े सोहणे चलदे ने, बड़ा सोहना सिस्टम चल रहा है। आपां जिंदे कहने आ रब दी बड़ी किरपा भी, बहुत सोहना शरीर चल रहा है। पर जे शरीर दे विच जिंद साडी होवे असीं जान ना दईए, जिंद
परमात्मा दी है। तो परमात्मा की जिंद नूं आपां नहीं रोक सकते। हाँ, जिन्ना चिर शरीर दिता है, जिन्ना चिर इहदे जीओ पाए पिंड जिन साजिया, उन्ना चिर असीं चलाउणी है। ये जान नूं किवें चलाउणा है, ये शरीर नूं किस तरीके नाल चलाउणा है, जे तां सानूं मिल गई परमात्मा की किरपा सदका, गुरु की मत, गुर की मत ले आने भगत बिना बहु डुबे सियाणे। असीं गुरु दे चरनां 'च जुड़ के, गुरु दे मार्ग ते जुड़ के अपना जीवन जीवांगे। ते जे असीं अपने मन दे पिछे तुर पे, फिर तो गुरमुख प्यारो जो साडे मन ने कहा, लोग करते ने, पैसा कमाउंदे ने, वड्डे वड्डे नां बनाउंदे ने, आपां इधर रस्ते तुर गए तो बस आ काम हो जाएगा, आ काम हो जाएगा, होर की होना है। तो गुरु साहब जी कहते ने भी सब भै दे विच आउंदे ने ते भै विच चले जांदे ने। सगलिया पौ लिखिया सिर लेख, सगलिया, सगलिया का मतलब सारियां विच, जीवां उत्ते पौ लिखिया सिर लेख, पौ भी सारियां दे उत्ते डर परमात्मा दा है। हुण आपां कई बार कहंदे ना भी जे डरना होवे ते रब दे रंगां तो डरे, भी जानी कि रब तो डरे, बंदे तो कोई बंदा ना डरे। पर असीं ज़्यादातर साडियां मजबूरियां दे विच कारण भी बन जांदे ने, मजबूरी कारण करके, मजबूरी दे कारण करके असीं डरदे हैं। पर कई बंदे किसी दी मजबूरी का नजायज़ फायदा लेंदे ने, भी किसी दी कोई मजबूरी है, आर्थिक संकट आ गया जां कोई कारण बन गया भी आ काम मेरा कर दे, लालच आ गया मन दे विच भी भाई मेरा आ काम कर दे, तो बंदा सोचदा भी मैं इनू ये काम देना है तो मैं इस तो आ काम लेना, ये काम देना तो ये काम लेना। इत्थे ना एक बार जदों अपने आपां ते हकीकत बयान करांगे जो हकीकत है। एक बार ना जदों अपने आ बन ते मिट्टी पई सी, बन ते मिट्टी पई सी, बन ते मिट्टी पई ते इत्थे अपने तहसीलदार आए, बराड़ करके वजदा सी, तहसीलदार का नाम सी बराड़, पिछे टाइटल लगदा सी, नां दा नहीं पता भी हुण किहड़ा होवेगा, बराड़ साहब उहनूं कहिंदे सी सारे। जदों गुरमुख प्यारो इस सेवा दे विच सानूं भी सुभाग मिलिया करन दा, भी जानी जाण दा, आउण दा, भी सारे थां ते। ते एक बार ना वो तहसीलदार नूं कहिंदे भी भाई सवेर तो आ गया, क्योंकि डीसी का आर्डर सी, डीसी का उत्तों प्रैशर सी, डीसी चंगा सी बंदा, वो भी सरदार सी, डीसी सरदार सी, ते उन्हें कहा भी भाई ये काम करन वाला ते करो। कुछ बाबा सीचे वालियां ने मदद की, कुछ उन्होंने अपने सरकारों दरबारों कोई तेल पानी पाया। तहसीलदार नूं कहंदे भी सवेर दा आया सी, कहंदे तहसीलदार नूं रोटी खवाउणी है, तो कोई अपना सज्जण मित्र सी, उन्होंने कहंदे भी रोटी खवा दिन्ने, चलो आपां खवा दिन्ने। रोटी खवाउण वास्ते जदों उहनूं घरे लैके गए, बाकी सारियां गल्लां, क्योंकि हुण आम पब्लिक तां वो किहड़ा किसी नूं बुलाउंदे नहीं, उत्थे आम पब्लिक इकट्ठी होई सी सारी, ट्रैक्टर ट्रालियां वाले, मेरे तेरे वर्गे आह सारे गुरमुख प्यारो इकट्ठे होए। असीं उन्हां दे नाल एक विचार कीती कि भाई बाकी सारा काम चलो सिस्टम सही है, साडी तुसीं मदद कर दें। जदों असीं कोई गरीब रजिस्ट्री कराउण जांदा है, कोई गरीब रजिस्ट्री पता नहीं किवें वो पैसा इकट्ठा करदा, की करदा सिस्टम, तुसीं जिहड़ा अपना टैक्स कटदे हो, जिहड़ा तुसीं अपना टैक्स कटदे हो, वो टैक्स ना लाया करो साडे ते। चलो सरकारी ते लगना ही लगना है, सरकारी स्टाम लगने, जो लिखता पढ़ी वो लगनी है, जिहड़ा तुसीं अपना टैक्स लाउने वो ना लाया करो। जदों ये गल्लां कीतियां भी भाई साडा पछड़िया होया इलाका है, बहुत लोग आर्थिक स्थिति कमज़ोर है सारियां दी, कोई विरला टम है। वो बराड़ साहब ने ना एक गल कही बहुत सोहनी, वो कहंदा जी असी की करिए। उस टाइम उहदी 50-60 हज़ार रुपया तनख्वाह सी। वो कहंदा मैं सारी ला दियां ना, तो फिर भी मेरा सिस्टम नहीं चलदा। उन्हें फिर की दस्सिया सानू जिहड़ी हकीकत है, कहंदे जदों किसी मंत्री ने आउणा हुंदा ना, किसी मंत्री ने भी लुटदे किवें ने देश नूं, असीं नहीं कहंदे, असीं नहीं रिश्वत लैंदे, असीं रिश्वत नहीं लेंदे,
ਉਹਨੇ ਹਕੀਕਤ ਬਿਆਨ ਕੀਤੀ। ਬਰਾੜ ਸਾਹਿਬ ਨੇ ਸ਼ਾਇਦ ਹੁਣ ਵੀ ਕਿਤੇ ਨਾ ਕਿਤੇ ਨੌਕਰੀ ਕਰਦਾ ਹੋਵੇ, ਸ਼ਾਇਦ ਉਹ ਵੀਡੀਓ ਸੁਣਦਾ ਵੀ ਹੋਵੇ। ਉਹ ਕਹਿੰਦੇ ਅਸੀਂ ਨਹੀਂ, ਕਹਿੰਦੇ ਜਦੋਂ ਉੱਥੇ ਸਰਕਾਰੀ ਨੁਮਾਇੰਦੇ ਆਉਂਦੇ ਨੇ, ਜਿਹੜੇ ਸਰਕਾਰ ਨੂੰ ਚਲਾਉਂਦੇ ਨੇ, ਆਉਂਦੇ ਨੇ ਮੰਤਰੀ, ਇਹ ਕਹਿੰਦੇ ਹੁਕਮ ਆ ਜਾਂਦਾ ਡੀਸੀ ਨੂੰ ਵੀ ਅੱਜ ਅਸੀਂ ਫਲਾਣੇ ਥਾਂ ਤੇ ਆਉਣਾ ਹੈ, ਰੋਟੀ ਪਾਣੀ ਦਾ ਪ੍ਰਬੰਧ ਤੁਸੀਂ ਕਰਨਾ, ਰੋਟੀ ਪਾਣੀ ਦਾ ਪ੍ਰਬੰਧ ਤੁਸੀਂ ਕਰਨਾ। ਤੇ ਕਹਿੰਦੇ ਜਦੋਂ ਆਉਂਦੇ ਨੇ ਨਾ, ਸਾਡੀ 2-2, 3-3 ਸਾਲ ਦੀ ਤਨਖਾਹ ਲੈ ਜਾਂਦੇ ਇੱਕ ਗੇੜੇ 'ਚ ਹੀ। ਕਹਿੰਦੇ ਇਹਨਾਂ ਦੀ ਰੋਟੀ ਦਾ ਖਰਚਾ ਕਿਤੇ ਕੋਈ ਹਜ਼ਾਰਾਂ ਨਾਲ ਥੋੜ੍ਹਾ ਹੁੰਦਾ, ਲੱਖਾਂ ਨਾਲ ਹੁੰਦਾ। ਕਹਿੰਦੇ ਇੱਕ ਮੰਤਰੀ ਆਇਆ, ਨਾਲ ਉਹਦੇ 100 ਤਾਂ ਨਾਲ ਆਪਣੇ ਵਰਗੇ ਹੀ ਆਉਣੇ ਨੇ, ਲਗੌੜ ਵੀ ਆਉਣੀ ਨਾਲ। ਕਹਿੰਦੇ ਲੱਖਾਂ ਦਾ ਖਰਚਾ ਹੈ। ਉਹ ਗੁਰਮੁਖ ਪਿਆਰੇ ਨੇ ਕਿਹਾ, ਕਹਿੰਦਾ ਜੇ ਮੈਂ ਸਾਰੀ ਤਨਖਾਹ ਵੀ ਮੇਰਾ ਜੀ ਨਹੀਂ ਕਰਦਾ ਇਹ ਕੰਮ ਕਰਨ ਨੂੰ, ਸਾਰੀ ਤਨਖਾਹ ਖਰਚਦੇ ਆ। ਹੁਣ ਵੀ ਕਿਤੇ ਨਾ ਕਿਤੇ ਨੌਕਰੀ ਕਰਦਾ ਹੋਵੇ। ਉਸਨੇ ਆ ਪਿੰਡ ਸ਼ਹੀਦੇ ਸ਼ਾਹ ਦੇ ਕੋਲ ਬੈਠ ਕੇ ਗੱਲ ਕੀਤੀ ਸੀ ਕਿਸੇ ਦੇ ਘਰੇ, ਵੀ ਜੇ ਅਸੀਂ ਸਾਰੀ ਤਨਖਾਹ ਖਰਚ ਕਰਦੀ ਨਾ ਸਾਰੀ, ਫਿਰ ਵੀ ਅਸੀਂ ਇਹਨਾਂ ਦੇ ਨਾਲ ਚੱਲ ਨਹੀਂ ਸਕਦੇ। ਹੁਣ ਉਹਨਾਂ ਦੀ ਮਜਬੂਰੀ ਹੈ, ਉਹਨਾਂ ਦੀ ਮਜਬੂਰੀ ਹੈ। ਤੇ ਮਜਬੂਰੀ ਦਾ ਫਾਇਦਾ ਕੌਣ ਲੈਂਦੇ ਨੇ? ਵੱਡੇ ਵੱਡੇ ਜਿਹੜੇ ਕਹਿੰਦੇ ਅਸੀਂ, ਉੱਥੇ ਲਿਖਿਆ ਹੈ ਇਹ ਰਾਜ ਨਹੀਂ ਸੇਵਾ ਹੈ। ਵਾਹ ਵੀ ਵਾਹ, ਸੇਵਾ ਅਸੀਂ ਇਸ ਤਰ੍ਹਾਂ ਦੀ ਕਰਦੇ ਹਾਂ। ਅਸੀਂ ਤਾਂ ਜਿਹੜੇ ਵਿਚਾਰੇ ਕਰਿੰਦੇ ਵੰਡੇ ਨੇ ਸਿਸਟਮ ਨੂੰ ਚਲਾਉਣ ਵਾਸਤੇ, ਅਸੀਂ ਤਾਂ ਉਹਨਾਂ ਦੇ ਵੀ ਢਿੱਡ ਵੱਢ ਲੈਂਦੇ ਹਾਂ। ਉਹ 'ਚ ਲਿਖਿਆ ਇਹ ਰਾਜ ਨਹੀਂ ਸੇਵਾ ਹੈ। ਵਾਹ ਵੀ ਵਾਹ, ਸੇਵਾ ਇਸ ਤਰ੍ਹਾਂ ਹੁੰਦੀ ਹੈ। ਤੇ ਗੁਰਮੁਖ ਪਿਆਰੋ, ਕਿਸੇ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਨਹੀਂ ਲੈਣਾ ਚਾਹੀਦਾ। ਗੁਰੂ ਸਾਹਿਬ ਜੀ ਕਹਿੰਦੇ ਵੀ ਸਾਰਿਆਂ ਦੇ ਉੱਤੇ ਨਾ, ਇਹ ਸਾਨੂੰ ਸਮਝਾਉਣਾ ਕੀਤਾ ਵੀ ਕਿ ਬੰਦਿਆ ਤੂੰ ਵੀ ਪ੍ਰਮਾਤਮਾ ਦੇ ਭੈ 'ਚ ਰਹਿ। ਭਾਵੇਂ ਕੋਈ ਕੰਗਾਲ ਹੈ, ਭਾਵੇਂ ਕੋਈ ਰਾਜਾ ਹੈ, ਭਾਵੇਂ ਕੋਈ ਗਰੀਬ ਹੈ ਤੇ ਭਾਵੇਂ ਕੋਈ ਅਮੀਰ ਹੈ, ਪ੍ਰਮਾਤਮਾ ਦੇ ਜਿਵੇਂ ਸਾਰਾ ਸਿਸਟਮ ਪ੍ਰਮਾਤਮਾ ਦਾ ਭੈ 'ਚ ਰਹਿ ਰਿਹਾ ਹੈ, ਸਾਰਾ ਸਿਸਟਮ ਪ੍ਰਮਾਤਮਾ ਦੇ ਭੈ 'ਚ ਰਹਿ ਰਿਹਾ, ਡਰ 'ਚ ਰਹਿ ਰਿਹਾ। ਇਹ ਬਣਾਇਆ ਪ੍ਰਮਾਤਮਾ ਦਾ ਹੈ ਤੇ ਪ੍ਰਮਾਤਮਾ ਦੇ ਭੈ 'ਚ ਹੀ ਰਹਿ ਰਿਹਾ, ਪਰ ਤੂੰ ਨਹੀਂ ਰਹਿੰਦਾ। ਸਾਨੂੰ ਇਹ ਤਾਂ ਸਮਝਾਉਣਾ ਕੀਤਾ, ਸਗਲਿਆ ਭਉ ਲਿਖਿਆ ਸਿਰ ਲੇਖ, ਵੀ ਸਾਰਿਆਂ ਦੇ ਉੱਤੇ ਪ੍ਰਮਾਤਮਾ ਦਾ ਲੇਖ ਹੈ ਵੀ ਭਉ ਦੇ ਵਿੱਚ ਰਹੋ। ਕਿੰਦੇ 'ਚ? ਪ੍ਰਮਾਤਮਾ ਦੇ ਡਰ ਦੇ ਵਿੱਚ ਰਹੋ, ਹੋਰ ਨਾ ਕੋਈ ਡਰ। ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਪ੍ਰਮਾਤਮਾ ਜਿਹੜਾ ਹੈ, ਆਪਾਂ ਜਪਜੀ ਸਾਹਿਬ ਵੀ ਪੜ੍ਹਦੇ, ਨਿਰਭਉ ਨਿਰਵੈਰ, ਨਾ ਉਹ ਕਿਸੇ ਨੂੰ ਡਰਾਉਂਦਾ ਤੇ ਨਾ ਕਿਸੇ ਤੋਂ ਡਰਦਾ। ਪ੍ਰਮਾਤਮਾ ਤੇ ਇਹ ਸਿਸਟਮ ਹੈ, ਪ੍ਰਮਾਤਮਾ ਨਹੀਂ ਡਰਾਉਂਦਾ ਕਿਸੇ ਨੂੰ, ਪਰ ਸਾਨੂੰ ਦੁਨੀਆ ਡਰਾਈ ਜਾਂਦੀ, ਦੁਨੀਆ ਡਰਾ ਦਿੰਦੀ ਹੈ ਨਾ ਵੀ ਆਹ ਕੰਮ ਉਹ ਇਸ ਤਰ੍ਹਾਂ ਹੋਣਾ, ਵੀ ਆਪਦੇ ਕੋਲੋਂ ਹੀ ਬਣਾ ਦੇਣਾ। ਜੇ ਆਪਾਂ ਇਸ ਤਰ੍ਹਾਂ ਨਾ ਕੀਤਾ ਇਸ ਤਰ੍ਹਾਂ ਹੋ ਜਾਣਾ। ਆ ਜਿੰਨੇ ਹੁਣ ਦੁਕਾਨਦਾਰੀਆਂ ਨੇ ਵਹਿਮਾਂ ਭਰਮਾਂ ਵਾਲੀਆਂ, ਇਹ ਡਰਾ ਡਰਾ ਕੇ ਖਾਈ ਜਾਂਦੀਆਂ ਉਹਨਾਂ ਨੂੰ। ਵਹਿਮਾਂ ਭਰਮਾਂ ਵਾਲੀਆਂ ਜਿੰਨੀਆਂ ਦੁਕਾਨਦਾਰੀਆਂ ਨੇ, ਕੋਈ ਕਹਿੰਦਾ ਤੂੰ ਇਸ ਤਰ੍ਹਾਂ ਕਰ ਤੇਰਾ ਸਿਸਟਮ ਸਹੀ ਚੱਲੇਗਾ, ਕੋਈ ਕਹਿੰਦਾ ਤੂੰ ਇਸ ਤਰ੍ਹਾਂ ਹੋ ਜਾ। ਬੰਦਾ ਉਵੇਂ ਕਰੀ ਜਾਂਦਾ, ਬੰਦਾ ਉਵੇਂ ਕਰੀ ਜਾਂਦਾ। ਪਰ ਚਲੋ ਆਮ ਬੰਦਾ ਤੇ ਕਰੇ, ਜਿਹੜੇ ਗੁਰੂ ਦੇ ਸਿੱਖ ਨੇ, ਜਿਨ੍ਹਾਂ ਨੇ ਆਹ ਪਾਲਿਆ ਨਾ ਗਲ ਦੇ ਵਿੱਚ ਸ੍ਰੀ ਸਾਹਿਬ, ਅੰਮ੍ਰਿਤ ਛਕ ਲਿਆ, ਉਹਨਾਂ ਨੂੰ ਨਹੀਂ ਇਹਨਾਂ ਕੋਲ ਜਾਣਾ ਚਾਹੀਦਾ। ਜ਼ਿੰਦਗੀ ਭਾਵੇਂ ਨਸ਼ਟ ਹੋ ਜਾਏ, ਜ਼ਿੰਦਗੀ ਭਾਵੇਂ ਬਰਬਾਦ ਹੋ ਜਾਵੇ, ਪਰਮਾਤਮਾ ਦੇ ਪ੍ਰਥਾਏ ਜੀਵਨ ਜੀਣਾ ਚਾਹੀਦਾ। ਪਰ ਜ਼ਿਆਦਾਤਰ ਅਸੀਂ ਤਾਂ ਇਹਨਾਂ ਦੇ ਪੈਰਾਂ 'ਚ ਡਿੱਗਦੇ ਫਿਰਦੇ ਹਾਂ। ਸਾਡੇ ਤੋਂ ਹੁਣ ਵੱਡੇ ਵੱਡੇ ਸਰਮੋਲ ਜਗ੍ਹਾ 'ਤੇ ਜਿਹੜੇ ਬੈਠੇ ਨੇ, ਉਹ ਸਵੇਰੇ ਚੌਂਕੀ ਭਰ ਕੇ ਆਉਂਦੇ ਨੇ ਵੱਡੇ ਵੱਡੇ ਲੀਡਰਾਂ ਦੀ, ਫਿਰ ਆਉਂਦੇ ਨੇ। ਇਸ ਕਰਕੇ ਗੁਰਮੁਖ ਪਿਆਰੋ, ਜਦੋਂ ਅਸੀਂ ਆਪ ਪਾਲਿਆ ਨਾ, ਗੁਰੂ ਸਾਹਿਬ ਜੀ ਦੀ ਬਾਣੀ ਕਹਿ ਰਹੀ ਹੈ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਸਾਡੇ ਤੇ ਪ੍ਰਮਾਤਮਾ ਦੀ ਕਿਰਪਾ ਹੋਵੇ ਕਿ ਸਾਰੇ ਜੀਵਾਂ ਉੱਤੇ ਮੁੱਢੋਂ ਹੀ ਭਉ ਰੂਪ ਲੇਖ ਪ੍ਰਮਾਤਮਾ ਨੇ ਲਿਖਿਆ। ਭਾਵ ਪ੍ਰਮਾਤਮਾ ਦਾ ਨਿਯਮ ਹੀ ਐਸਾ ਹੈ ਕਿ ਸਾਰਿਆਂ ਉੱਤੇ ਭੈ ਵਿੱਚ ਹੈ। ਪਰ ਹੇ ਨਾਨਕ, ਕੇਵਲ ਇੱਕ ਸੱਚਾ ਨਿਰੰਕਾਰ ਹੈ ਜੋ ਭੈ ਤੋਂ ਰਹਿਤ ਹੈ, ਬਾਕੀ ਸਭ ਭੈ ਦੇ ਵਿੱਚ ਚੱਲਣੇ ਨੇ। ਇਹ ਸਾਨੂੰ ਸਮਝਾਉਣਾ ਕੀਤਾ ਕਿ ਬੰਦਿਆ, ਜੇ ਰਹਿਣਾ ਹੈ ਰੱਬ ਦੇ ਡਰ ਵਿੱਚ ਰਹਿਣਾ ਹੈ, ਬਾਕੀ ਦੁਨੀਆ ਦੇ ਡਰ ਤੋਂ ਨਹੀਂ ਡਰਨਾ।
पर असी ज़्यादातर रब तो नहीं डरते, रब तो नहीं डरते, दुनिया तो डरते हैं। असी रब तो नहीं डरते भी रब सानू की कहेगा, चलो तो काम चली जाता, करी जान दे, कोई गल नहीं, रब नूं भी ध्या लांगे, रब नूं भी कर लांगे। रब तो डरिए तो फिर दुनिया तो डरना नहीं चाहिए, फिर सानू दुनिया तो डर नहीं आएगा। पर असी ज़्यादातर की है, रब तो नहीं डरते, दुनिया तो डरते हैं। आ वड्डा मंत्री संतरी फलाना ये मेरा की कर, उन्हें की करना है, उन्हें की करना है, उन्हें तो किसी के प्रैशर के थले काम करने नहीं। रब तो डरिए, दुनिया तो ना डरिए, ये अपने अंदर सिस्टम बनाइए। गुरु साहब जी ने सानू बाबे नानक ने कहा है कि सारा कुछ उनका सिस्टम जिहड़ा चल रहा है ना, जिन्ना असी इस प्रकृतिक ढांचा देख रहे हैं, जिन्ना कि जानी कि ये सिस्टम आप देख रहे हैं, ये परमात्मा का बनाया होया तो सारा परमात्मा दे विच चलदा है। सतगुरु सच्चे पातशाह साडे सारिਆਂ ते किरपा करन, सानू सारिਆਂ नूं ये सोझी आ जाए गुरबाणी दी, गुरबाणी दी सारिਆਂ नूं सोझी आवे तो फिर साडा ये जिहड़ा मन है तो साडा तान है, साडा जिहड़ा जीवन है ये सोहना तां बनना है। गुरमुख प्यारो, सतगुरु सच्चे पातशाह साडे सारिਆਂ ते किरपा करन, सानू सारिਆਂ नूं गुरबाणी दी समझ आ जावे। ये गुरु परमात्मा परमेश्वर अगे अरदास बेनती करिया करिए, सच्चे पातशाह गुरबाणी पढ़न दा, सुनन दा, सेवा सिमरन दा सुभाग बख्श दिओ। जिहड़ा साडा जीवन है ये परमात्मा जी तेरे चरनां 'च जुड़ जावे, असी तेरे चरनां दा टेक आसरा लैके अपना जीवन जीए। सतगुरु सच्चे पातशाह साडे सारिਆਂ ते किरपा करन। सतगुरु सच्चे पातशाह दी मेहर किरपा सदका गुरबाणी दीयां विचारां होईयां, गुरबाणी दीयां विचारां करदिआं दास कोलों एक नहीं अनेक प्रकार दीयां त्रुटियां रह गईयां होणगीਆਂ, क्योंकि गुरु ज्ञान दे बच्चे आ। सतगुरु सच्चे पातशाह ते गुरु दी संगत माफ जोगे माफ़ कर देना। अगां तो बाणी पढ़न सुन सेवा सिमरते गुरबाणी दीयां विचारां करन दी सतगुरु सच्चे पातशाह आप ही समत बख्शण, सरबत दा भला करन, सब नूं नाम तन देन, सब नूं वडियाईयां बख्शण। नानक नाम चढ़दी कला तेरे भाणे, सरबत दा भला। वाहिगुरू जी का खालसा, वाहिगुरू जी की फतेह।